ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਸਭ ਤੇ ਊਚਾ ਜਾ ਕਾ ਨਾਉ, ਸਦਾ ਸਦਾ ਤਾਕੇ ਗੁਣ ਗਾਉ। ਜਿਸ ਸਿਮਰਤ ਸਗਲਾ ਦੁਖ ਜਾਏ, ਸਰਬ ਸੁਖ ਵਸਹਿ ਮਨ ਆਏ। ਸਭ ਤੇ ਊਚਾ ਜਾ ਕਾ ਨਾਉ, ਸਦਾ ਸਦਾ ਤਾਕੇ ਗੁਣ ਗਾਉ। ਜਿਸ ਸਿਮਰਤ ਸਗਲਾ ਦੁਖ ਜਾਏ, ਸਰਬ ਸੁਖ ਵਸਹਿ ਮਨ ਆਏ। ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲਤ ਤੁਮਰੀ ਗਤ ਹੋਏ। ਰਹਾਉ ਪੁਰਖ ਨਿਰੰਜਨ ਸਿਰਜਨਹਾਰ, ਜੀ ਜੰਤ ਦੇਵ ਆਹਾਰ। ਕੋਟ ਖਤੇ ਖਿਨ ਬਖਸ਼ਨਹਾਰ, ਭਗਤ ਭਾਏ ਸਦਾ ਨਿਸਤਾਰ। ਸਾਚਾ ਧਨ ਸਾਚੀ ਵਡਿਆਈ, ਗੁਰ ਪੂਰੇ ਤੇ ਨਿਚਲ ਮਤ ਪਾਈ। ਕਰ ਕਿਰਪਾ ਜਿਸ ਰਾਖਣ ਹਾਰਾ, ਤਾ ਕਾ ਸਗਲ ਮਿਟੈ ਅੰਧਿਆਰਾ। ਪਾਰ ਬ੍ਰਹਮ ਸਿਉ ਲਾਗੋ ਧਿਆਨ, ਪੂਰਨ ਪੂਰ ਰਹਿਓ ਨਿਰਵਾਨ। ਭ੍ਰਮ ਭਉ ਮੇਢ ਮਿਲੇ ਗੋਪਾਲ, ਨਾਨਕ ਕਉ ਗੁਰ ਭਏ ਦਇਆਲ। ਭ੍ਰਮ ਭਉ ਮੇਢ ਮਿਲੇ ਗੋਪਾਲ, ਨਾਨਕ ਕਉ ਗੁਰ ਭਏ ਦਇਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਭਗਤ ਪਾਵਨ ਭਗਤ ਵਸ਼ਰ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾ ਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
ਸਤਿਗੁਰਾਂ ਦੇ ਮਹਾਨ ਪਾਵਨੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਸਾਧ ਸੰਗਤ ਜੀ ਚੌਦਸ ਦਾ ਦਿਹਾੜਾ ਹੈ ਔਰ ਕੱਲ ਨੂੰ ਮੱਸਿਆ ਦਾ ਦਿਹਾੜਾ ਔਰ ਇਹ ਅੱਸੂ ਮਹੀਨੇ ਦੀ ਜੋ ਮੱਸਿਆ ਹੈ ਇਹ ਵਿਸ਼ੇਸ਼ ਕਰਕੇ ਆਪਣੇ ਇਲਾਕੇ ਦੇ ਵਿੱਚ ਡੱਲੇ ਨਗਰ ਦੇ ਵਿੱਚ ਸ਼ਰਧਾ ਭਾਵਨਾ ਸਹਿਤ ਮਨਾਈ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚ ਡੱਲੇ ਨਗਰ ਦਾ ਜ਼ਿਕਰ ਆਉਂਦਾ ਹੈ, ਜਿੱਥੇ ਭਾਈ ਸਾਹਿਬ ਕਹਿੰਦੇ ਹਨ, ਡੱਲੇ ਵਾਸੀ ਸੰਗਤ ਭਾਰੀ। ਕਿ ਡੱਲੇ ਨਗਰ ਦੀ ਰਹਿਣ ਵਾਲੀ ਵੱਡੀ ਭਾਰੀ ਗਿਣਤੀ ਵਿੱਚ ਗੁਰੂ ਕੀ ਸੰਗਤ ਹੈ, ਕਿਉਂਕਿ ਡੱਲਾ ਨਗਰ ਸੁਲਤਾਨਪੁਰ ਲੋਧੀ ਦੇ ਨਾਲ ਵਸਦਾ ਹੈ। ਇਸ ਕਰਕੇ ਇਸ ਧਰਤੀ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਗ ਲਾਏ। ਜਗਤ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਵਿਕਰਮੀ ਸੰਮਤ 1541 ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਥੇ ਆਉਂਦੇ ਹਨ। ਫਿਰ ਸਾਰਾ ਜਵਾਨੀ ਦਾ ਸਮਾਂ ਮਹਾਰਾਜ ਸਾਹਿਬ ਜੀ ਇੱਥੇ ਸੁਲਤਾਨਪੁਰ ਸਾਹਿਬ ਦੀ ਧਰਤੀ ਵਿੱਚ ਹੀ ਭਾਗ ਲਾਏ। ਇਸ ਨਗਰੀ ਨੂੰ ਮਹਾਰਾਜ ਸਾਹਿਬ ਜੀ ਨੇ ਪਾਵਨ ਕੀਤਾ ਔਰ 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇੱਥੋਂ ਪਹਿਲੀ ਉਦਾਸੀ ਆਰੰਭ ਕੀਤੀ ਹੈ। ਤਾਂ ਇੰਨਾ ਲੰਮਾ ਸਮਾਂ ਮਹਾਰਾਜ ਸਾਹਿਬ ਜੀ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹੇ ਹਨ। ਪਾਵਨ ਸਰੀਰ ਵਿੱਚ ਵਿਚਰਦਿਆਂ ਤਾਂ ਡੱਲਾ ਨਗਰ ਨਾਲ ਹੀ ਪੈਂਦਾ ਹੈ। ਇਸ ਸਾਰੇ ਇਲਾਕੇ ਦੇ ਵਿੱਚ ਮਹਾਰਾਜ ਸਾਹਿਬ ਜੀ ਵਿਚਰੇ ਹਨ। ਉਂਝ ਤਾਂ ਜਗਤ ਗੁਰੂ ਜੀ ਨੇ ਕੋਈ ਇਲਾਕਾ ਛੱਡਿਆ ਹੀ ਨਹੀਂ ਹੈ। ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਫਿਰ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਦੋਂ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਹਨ ਤੇ ਡੱਲੇ ਦੇ ਵਿੱਚੋਂ ਸੰਗਤਾਂ ਨੇ ਖਡੂਰ ਸਾਹਿਬ ਜਾ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਦੇ ਪਾਸੋਂ ਸਿੱਖੀ ਦੀ ਪ੍ਰਾਪਤੀ ਕੀਤੀ। ਭਾਈ ਪਾਰੋ ਜੀ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਇਤਿਹਾਸ ਵਿੱਚ ਪਰਮਹੰਸ ਆਖਿਆ ਹੈ, ਉਹ ਭਾਈ ਪਾਰੋ ਜੀ ਪਰਮਹੰਸ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਸਿੱਖ ਹੋਏ ਹਨ। ਬਾਅਦ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਵੀ ਸੇਵਾ ਨਿਭਾਉਂਦੇ ਰਹੇ। ਦੂਜੇ ਅਤੇ ਤੀਜੇ ਪਾਤਸ਼ਾਹ ਜੀ ਦੀ ਸੰਗਤ ਭਾਈ ਪਾਰੋ ਜੀ ਬ੍ਰਹਮ ਗਿਆਨੀ ਗੁਰਸਿੱਖ ਨੂੰ ਪ੍ਰਾਪਤ ਹੋਈ। ਇਸੇ ਤਰ੍ਹਾਂ ਭਾਈ ਲਾਲੋ ਜੀ, ਜਿਨ੍ਹਾਂ ਨੂੰ ਭਾਈ ਲਾਲੂ ਜੀ ਕਰਕੇ ਵੀ ਯਾਦ ਕੀਤਾ ਜਾਂਦਾ ਹੈ, ਉਹਨਾਂ ਨੇ ਵੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤਾਂ 22 ਮੰਜੀਆਂ ਦੇ ਵਿੱਚੋਂ 4 ਮੰਜੀਆਂ ਜੋ ਹਨ ਸਿੱਖੀ ਦੇ ਪ੍ਰਚਾਰ ਦੀਆਂ, ਉਹ ਡੱਲੇ ਨਗਰ ਦੇ ਵਿੱਚੋਂ ਮਹਾਰਾਜ ਨੇ ਗੁਰਸਿੱਖਾਂ ਨੂੰ ਦਿੱਤੀਆਂ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ।
ਤਾਂ 72 ਬ੍ਰਹਮ ਗਿਆਨੀ ਗੁਰਸਿੱਖ ਡੱਲੇ ਨਗਰ ਦੇ ਹੋਏ, ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ। ਔਰ ਭਾਈ ਪਾਰੋ ਜੀ ਉੱਤੇ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੰਨੇ ਪ੍ਰਸੰਨ ਹੋਏ ਸਨ। ਭਾਈ ਪਾਰੋ ਜੀ ਨੂੰ ਇਹ ਗੱਲ ਕਹਿ ਦਿੱਤੀ ਕਿ ਸਾਡਾ ਜੀ ਕਰਦਾ ਹੈ ਭਾਈ ਪਾਰੋ, ਤੈਨੂੰ ਗੁਰਿਆਈ ਦੇ ਦਈਏ, ਗੁਰਤਾ ਗੱਦੀ ਦਾ ਤਖਤ ਦੇ ਕੇ ਤੇ ਤੈਨੂੰ ਚੌਥੇ ਪਾਤਸ਼ਾਹ ਬਣਾ ਦਈਏ। ਭਾਈ ਪਾਰੋ ਜੀ ਬ੍ਰਹਮ ਗਿਆਨੀ ਨੇ ਬੇਨਤੀ ਕੀਤੀ, ਮਹਾਰਾਜ ਮੋਹ ਕੋ ਸਿੱਖੀ ਹੀ ਭਾਵੈ, ਗੁਰਿਆਈ ਸਤਿਗੁਰੈ ਸੁਹਾਵੈ। ਮਹਾਰਾਜ ਮੈਨੂੰ ਤਾਂ ਸਿੱਖੀ ਦੀ ਦਾਤ ਹੀ ਬਖਸ਼ੋ, ਗੁਰਿਆਈ ਤੇ ਸਤਿਗੁਰੂ ਜੀ ਆਪ ਜੀ ਨੂੰ ਹੀ ਸੋਭਦੀ ਹੈ। ਫਿਰ ਸਤਿਗੁਰੂ ਜੀ ਨੇ ਇਹ ਬਚਨ ਕਹੇ ਸੀ ਕਿ ਭਾਈ ਪਾਰੋ, ਤੇਰੀ ਅਵਸਥਾ ਹੁਣ ਇੱਥੇ ਪਹੁੰਚ ਗਈ ਹੈ, ਤੂੰ ਸਾਡੇ ਨਾਲ ਭੇਦ ਹੋ ਜਾ, ਔਰ ਆਪਣੇ ਨਗਰ ਜਾ ਕਰਕੇ ਤੂੰ ਸਰੀਰ ਤਿਆਗ ਦੇ ਤੇ ਸਾਡੇ ਵਿੱਚ ਹੀ ਮਿਲ ਜਾ। ਫਿਰ ਆਪਾਂ ਦੋਵੇਂ ਹੀ ਅੱਗੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਵਿੱਚ ਸਥਿਤ ਹੋ ਜਾਵਾਂਗੇ। ਆਪਣੀ ਜੋਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੋਵੇਗੀ। ਤਾਂ ਭਾਈ ਪਾਰੋ ਜੀ ਨੇ ਸਾਧ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਇਹ ਵੀ ਬਚਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕੀਤਾ ਕਿ ਭਾਈ ਪਾਰੋ, ਜਿੱਥੇ ਤੇਰਾ ਸਿੱਖੀ ਦਾ ਨਾਤਾ ਹੈ ਸਾਡੇ ਨਾਲ, ਉੱਥੇ ਸੰਸਾਰੀ ਨਾਤਾ ਵੀ ਤੇਰੀ ਕੁਲ ਦੇ ਨਾਲ ਸਾਡਾ ਬਣੇਗਾ ਗੁਰੂ ਘਰ ਦਾ। ਇਹ ਵੀ ਬਚਨ ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਜੀ ਨੂੰ ਕੀਤੇ। ਤਾਂ ਭਾਈ ਪਾਰੋ ਜੀ ਨੇ ਫਿਰ ਆਪਣੇ ਘਰੇ ਡੱਲੇ ਨਗਰ ਵਿੱਚ ਆ ਕੇ ਸਰੀਰ ਤਿਆਗਿਆ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵਿੱਚ ਭੇਦ ਹੋ ਗਏ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੇ ਨਾਲ ਪਾਣੀ ਲੀਨ ਹੋ ਜਾਂਦਾ ਹੈ, ਇਸ ਤਰ੍ਹਾਂ ਭਾਈ ਪਾਰੋ ਪਰਮਹੰਸ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਨਾਲ ਅਭੇਦ ਹੋ ਗਏ। ਤਾਂ ਇਹਨਾਂ ਸਾਰੇ ਗੁਰਸਿੱਖਾਂ ਦੇ ਉੱਤੇ ਸਤਿਗੁਰਾਂ ਦੀਆਂ ਮਹਾਨ ਬਖਸ਼ਿਸ਼ਾਂ ਹੋਈਆਂ, ਔਰ ਗੁਰੂ ਸਾਹਿਬਾਂ ਨੇ ਇਸ ਨਗਰ ਦੇ ਵਿੱਚ ਚਰਨ ਵੀ ਪਾਏ। ਡੱਲੇ ਨਗਰ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇੱਥੇ ਆਏ ਤੇ ਸੰਗਤ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ। ਫਿਰ ਇਸੇ ਤਰ੍ਹਾਂ ਜਿਹੜਾ ਬਚਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤਾ ਸੀ ਨਾ ਕਿ ਭਾਈ ਪਾਰੋ, ਤੇਰੀ ਵੰਸ ਦੇ ਨਾਲ ਸਾਡਾ ਸੰਸਾਰੀ ਰਿਸ਼ਤਾ ਵੀ ਬਣੇਗਾ, ਉਹ ਵੀ ਬਚਨ ਪੂਰਾ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਹਿਲਾ ਆਨੰਦ ਕਾਰਜ ਭਾਈ ਪਾਰੋ ਜੀ ਪਰਮਹੰਸ ਦੇ ਪੋਤਰੇ ਬਾਬਾ ਨਰੈਣ ਦਾਸ ਜੀ, ਉਹਨਾਂ ਦੇ ਸਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਪਹਿਲਾ ਆਨੰਦ ਕਾਰਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਡੱਲੇ ਨਗਰ ਦੇ ਵਿੱਚ ਹੋਇਆ। ਭਾਈ ਪਾਰੋ ਜੀ ਦੇ ਖਾਨਦਾਨ ਦੇ ਨਾਲ ਇਹ ਸੰਸਾਰੀ ਸੰਬੰਧ ਵੀ ਬਣਿਆ। ਜਦੋਂ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਮੋੜਿਆ ਸੀ, ਜਿਹੜਾ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਸੀ, ਜਿਸ ਨੇ ਆਖਿਆ ਸੀ ਉਹ ਲਾਗੀਆਂ ਨੂੰ, ਜਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਬੜਾ ਵੱਡਾ ਘਰ ਵੇਖ ਕੇ ਆਏ ਹਾਂ ਤੇਰੀ ਧੀ ਵਾਸਤੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਘਰ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ, ਤੇ ਚੰਦੂ ਦੀਵਾਨ ਨੇ ਆਖਿਆ ਸੀ ਕਿ ਇਹ ਤਾਂ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜਿਵੇਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਈ ਦੀ ਹੈ। ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ ਸੀ। ਫਿਰ ਉਹਨੇ ਆਖਿਆ ਵੀ ਚੱਲ ਕੋਈ ਗੱਲ ਨਹੀਂ, ਹੁਣ ਤੁਸੀਂ ਸ਼ਗਨ ਲਾਓ ਜੇ ਕਰ ਹੀ ਆਏ ਜੇ। ਸ਼ਗਨ ਵੀ ਆ ਗਿਆ ਸੀ।
ਦਿੱਲੀ ਦੀ ਸੰਗਤ ਨੇ ਚਿੱਠੀ ਵੀ ਲਿਖ ਦਿੱਤੀ ਸੀ ਵੀ ਮਹਾਰਾਜ ਚੰਦੂ ਦੀ ਵਾਣ ਦੀ ਪੁੱਤਰੀ ਦਾ ਰਿਸ਼ਤਾ ਨਹੀਂ ਲੈਣਾ, ਕਿਉਂਕਿ ਇਸ ਨੇ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ। ਉਧਰੋਂ ਸ਼ਗਨ ਦੀਆਂ ਟੋਕਰੀਆਂ ਆ ਗਈਆਂ ਤੇ ਉਧਰੋਂ ਚਿੱਠੀ ਲੈ ਕੇ ਸਿੱਖ ਆ ਗਏ। ਬੇਨਤੀ ਕੀਤੀ, ਮਹਾਰਾਜ ਸ਼ਗਨ ਬਾਅਦ ਚ ਲਾਇਓ, ਸਾਹਿਬਜ਼ਾਦੇ ਨੂੰ ਪਹਿਲਾਂ ਚਿੱਠੀ ਪੜ੍ਹ ਲਓ। ਜਦੋਂ ਚਿੱਠੀ ਪੜ੍ਹੀ ਉਹਦੇ 'ਚ ਸਾਰੀ ਗੱਲ ਲਿਖੀ ਸੀ। ਮਹਾਰਾਜ ਨੇ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਆਖਿਆ। ਇਸ ਦੀ ਪੁੱਤਰੀ ਦਾ ਨਹੀਂ ਰਿਸ਼ਤਾ ਲੈਣਾ। ਮਹਾਰਾਜ ਨੇ ਸ਼ਗਨ ਮੋੜ ਦਿੱਤਾ, ਲਾਗੀ ਸ਼ਗਨ ਲੈ ਕੇ ਵਾਪਸ ਚਲੇ ਗਏ। ਉਸ ਮੌਕੇ ਤੇ ਮਹਾਰਾਜ ਨੇ ਆਖਿਆ ਸੀ ਤਾਂ ਕਿਸੇ ਨਿਮਰਤਾ ਵਾਲੇ ਪ੍ਰੇਮ ਵਾਲੇ ਗੁਰਸਿੱਖ ਦੀ ਪੁੱਤਰੀ ਦਾ ਰਿਸ਼ਤਾ ਲਵਾਂਗੇ। ਕੋਈ ਗੁਰਸਿੱਖ ਆਪਣੀ ਧੀ ਦਾ ਰਿਸ਼ਤਾ ਦੇਵੇ ਸਾਡੇ ਸਾਹਿਬਜ਼ਾਦੇ ਵਾਸਤੇ ਤਾਂ ਸੰਗਤ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੋ ਸਿੱਖ ਉੱਠ ਕੇ ਖਲੋਤੇ ਸਨ। ਇੱਕ ਬਾਬਾ ਨਰੈਣ ਦਾਸ, ਇੱਕ ਬਾਬਾ ਹਰੀ ਚੰਦ। ਬਾਬਾ ਨਰੈਣ ਦਾਸ ਜੀ ਭਾਈ ਪਾਰੋ ਜੀ ਦੀ ਵੰਸ਼ ਵਿੱਚ ਉਹਨਾਂ ਦੇ ਪੋਤਰੇ ਸਨ ਤੇ ਬਾਬਾ ਹਰੀ ਚੰਦ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਸਨ। ਬਾਬਾ ਨਰੈਣ ਦਾਸ ਜੀ ਡੱਲੇ ਨਗਰ ਤੋਂ ਸਨ। ਬਾਬੇ ਨਰੈਣ ਦਾਸ ਨੇ ਸਭ ਤੋਂ ਪਹਿਲਾਂ ਬੇਨਤੀ ਕੀਤੀ, ਮਹਾਰਾਜ ਮੇਰੀ ਧੀ ਦਾ ਰਿਸ਼ਤਾ, ਮੇਰੀ ਬੱਚੀ ਸ੍ਰੀ ਦਮੋਦਰੀ ਦਾ ਰਿਸ਼ਤਾ ਲਓ ਜੀ ਆਪਣੇ ਸਾਹਿਬਜ਼ਾਦੇ ਵਾਸਤੇ। ਬਾਬੇ ਹਰੀ ਚੰਦ ਨੇ ਆਖਿਆ, ਮਹਾਰਾਜ ਮੇਰੀ ਪੁੱਤਰੀ ਸ੍ਰੀ ਨਾਨਕੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਵਾਸਤੇ ਪ੍ਰਵਾਨ ਕਰੋ। ਤੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਆਖਿਆ, ਗੁਰਸਿੱਖੋ ਦੋਵੇਂ ਸ਼ਗਨੀ ਲਾਓ ਸਾਡੇ ਸਾਹਿਬਜ਼ਾਦੇ। ਚੰਦੂ ਦੀ ਧੀ ਦਾ ਰਿਸ਼ਤਾ ਇੱਕ ਮੋੜਿਆ, ਸ਼ਗਨ ਮੋੜਿਆ। ਉਸੇ ਦਿਨ ਹੀ ਦੋ ਸ਼ਗਨ ਲੱਗੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ। 9 ਸਾਲ ਦੀ ਉਮਰ ਸੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਆਪਣੇ ਸਾਹਿਬਜ਼ਾਦੇ ਦੀ ਬਰਾਤ ਅੰਮ੍ਰਿਤਸਰ ਸਾਹਿਬ ਤੋਂ ਲੈ ਕਰਕੇ ਇੱਥੇ ਪਹੁੰਚੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਜੋ ਪਿਛਲੇ ਮਹੀਨੇ ਭਾਦਰੋਂ ਦੇ ਮਹੀਨੇ ਦੇ ਵਿੱਚ ਇਹ ਦਿਹਾੜਾ 6ਵੇਂ ਪਾਤਸ਼ਾਹ ਦੇ ਪਹਿਲੇ ਵਿਆਹ ਦਾ ਜੋ ਇਹ ਦਿਹਾੜਾ ਹੈ, ਵਿਆਹ ਗੁਰਪੁਰਬ ਗੁਰੂ ਦੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਹੈ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਹੀ ਗੁਰਦੁਆਰਾ ਧਰਮਸ਼ਾਲਾ ਸਾਹਿਬ, ਜਿਸ ਦਾ ਪਹਿਲਾ ਨਾਂ ਸੀ, ਅੱਜ ਕੱਲ੍ਹ ਜਿਸ ਨੂੰ ਸੇਰਾ ਸਾਹਿਬ ਕਹਿੰਦੀਆਂ ਹਨ ਸੰਗਤਾਂ, ਉਸ ਸਥਾਨ ਤੇ, ਉਹ ਧਰਮਸ਼ਾਲਾ ਵਾਲੇ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸਾਹਿਬਜ਼ਾਦੇ ਦੀ ਬਰਾਤ ਲੈ ਕੇ ਰਾਤ ਠਹਿਰੇ ਸਨ। ਇੱਥੇ 22 ਭਾਦਰੋਂ ਨੂੰ ਇਹ ਆਨੰਦ ਕਾਰਜ ਹੋਇਆ। ਜੋ ਸਾਧ ਸੰਗਤ ਜੀ ਡੱਲੇ ਦੇ ਵਿੱਚ ਜੋ ਪਰੰਪਰਾ ਅਨੁਸਾਰ ਦੱਸਿਆ ਜਾਂਦਾ ਹੈ, ਔਰ ਹਰ ਸਾਲ 22 ਭਾਦਰੋਂ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ। ਐਤਕੀ ਵੀ ਮਨਾਇਆ, ਔਰ ਐਤਕੀ ਤਾਂ ਇੱਥੋਂ ਸੁਲਤਾਨਪੁਰ ਸਾਹਿਬ ਤੋਂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਔਰ 6ਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਤੋਂ, ਧਰਮਸ਼ਾਲਾ ਸਾਹਿਬ ਵਾਲੇ ਅਸਥਾਨ ਤੋਂ ਜੋ ਸਾਧ ਸੰਗਤ ਜੀ ਨਗਰ ਕੀਰਤਨ ਵੀ ਗੁਰੂ ਦੀਆਂ ਸੰਗਤਾਂ ਸ਼ਰਧਾ ਭਾਵਨਾ ਸਹਿਤ ਡੱਲੇ ਨਗਰ ਮਾਤਾ ਦਮੋਦਰੀ ਜੀ ਦੇ ਅਸਥਾਨ ਤੇ ਲੈ ਕਰਕੇ ਗਈਆਂ। 1604 ਈਸਵੀ 1661 ਵਿਕਰਮੀ ਸੰਮਤ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਡੱਲੇ ਨਗਰ ਵਿੱਚ ਵਿਆਹੁਣ ਵਾਸਤੇ ਆਏ ਸਨ। 21 ਭਾਦਰੋਂ ਦੀ ਰਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਧਰਮਸ਼ਾਲਾ ਸਾਹਿਬ ਨਿਵਾਸ ਰੱਖ ਕੇ ਤੇ 22 ਭਾਦਰੋਂ ਵਾਲੇ ਦਿਨ ਡੱਲੇ ਨਗਰ ਪਹੁੰਚੇ ਤੇ ਫਿਰ ਇੱਥੇ ਪੰਜਵੇਂ ਪਾਤਸ਼ਾਹ ਦੇ ਚਰਨ ਪਏ ਡੱਲੇ ਨਗਰ ਦੀ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਹਿਲਾ ਆਨੰਦ ਕਾਰਜ 9 ਸਾਲ ਦੀ ਉਮਰ ਦੇ ਵਿੱਚ ਬਾਬਾ ਨਰੈਣ ਦਾਸ ਜੀ ਦੇ ਸਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ। ਮਾਤਾ ਦਮੋਦਰੀ ਜੀ ਦੇ ਵੱਡੇ ਭੈਣ ਜੀ ਸਨ ਬੀਬੀ ਰਾਮੋ ਜੀ। ਉਹ ਸਾਧ ਸੰਗਤ ਜੀ ਭਾਈ ਕੀ ਟਰੋਲੀ ਵਿਆਹੇ ਹੋਏ ਸਨ ਸਾਈਂ ਦਾਸ ਦੇ ਨਾਲ। ਸਾਈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਂਢੂ ਬਣੇ ਸਾਧ ਸੰਗਤ, ਔਰ ਗੁਰੂ ਸਾਹਿਬ ਜੀ ਦੇ ਨਾਲ ਜਿੱਥੇ ਸੰਸਾਰੀ ਉਹਨਾਂ ਦਾ ਇਹ ਰਿਸ਼ਤਾ ਸੀ, ਉੱਥੇ ਗੁਰੂ ਸਾਹਿਬ ਜੀ ਦੇ ਅਨੰਨ ਪਿਆਰੇ ਉਹ ਸਿੱਖ ਸੇਵਕ ਸਨ, ਬਹੁਤ ਭਾਵਨਾ ਰੱਖਣ ਵਾਲੇ।
ਤੇ ਉਹਨਾਂ ਦੇ ਪ੍ਰੇਮ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਈ ਵਾਰੀ ਭਾਈ ਕੀ ਟਰੌਲੀ ਗਏ ਸਾਈਂ ਦਾਸ ਦੇ ਘਰੇ, ਬੀਬੀ ਰਾਮੋ ਜੀ ਦੇ ਘਰੇ। ਉਹਨਾਂ ਨੇ ਜਦੋਂ ਨਵਾਂ ਘਰ ਵੀ ਬਣਾਇਆ ਸੀ, ਉਦੋਂ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਕੇ ਤੇ ਸੱਦਿਆ ਸੀ ਵੀ ਗੁਰੂ ਸਾਹਿਬ ਜੀ ਪਹਿਲਾਂ ਚਰਨ ਪਾਉਣਗੇ ਤੇ ਅਸੀਂ ਫਿਰ ਨਿਵਾਸ ਕਰਾਂਗੇ। ਬੀਬੀ ਰਾਮੋ ਜੀ ਵੱਡੇ ਸਨ ਤੇ ਮਾਤਾ ਦਮੋਦਰੀ ਜੀ ਛੋਟੇ ਭੈਣ ਜੀ ਸਨ ਉਹਨਾਂ ਦੇ, ਬਾਬੇ ਨਰੈਣ ਦਾਸ ਜੀ ਦੇ ਸੁਪੁੱਤਰੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨ ਵੀ ਡੱਲੇ ਨਗਰ ਵਿੱਚ ਪਏ ਤੇ 9 ਸਾਲ ਦੀ ਉਮਰ ਦੇ ਵਿੱਚ ਜਦੋਂ ਮਾਤਾ ਦਮੋਦਰੀ ਜੀ ਦੇ ਨਾਲ ਆਨੰਦ ਕਾਰਜ ਹੋਇਆ ਛੇਵੇਂ ਪਾਤਸ਼ਾਹ ਜੀ ਦਾ, ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨ ਵੀ ਇੱਥੇ ਪਏ। ਔਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਰਾਤ ਦੇ ਵਿੱਚ ਅਨੇਕਾਂ ਬ੍ਰਹਮ ਗਿਆਨੀ ਗੁਰਸਿੱਖ ਆਏ। ਬਾਬਾ ਬੁੱਢਾ ਸਾਹਿਬ ਜੀ ਵੀ ਬਰਾਤ ਵਿੱਚ ਆਏ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਏ, ਭਾਈ ਸਾਲੋ ਜੀ ਆਏ, ਭਾਈ ਬਹਿਲੋ ਜੀ ਆਏ, ਭਾਈ ਮੰਝ ਜੀ ਆਏ, ਔਰ ਇਸੇ ਤਰ੍ਹਾਂ ਸਾਈਂ ਮੀਆਂ ਮੀਰ ਜੀ ਵੀ ਆਏ ਸਨ, ਔਰ ਬਾਬਾ ਵਿਧੀ ਚੰਦ ਸਾਹਿਬ ਜੀ ਵੀ ਆਏ। ਅਨੇਕਾਂ ਗੁਰਸਿੱਖ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਜਿਨ੍ਹਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਉਹ ਇੱਥੇ ਡੱਲੇ ਨਗਰ ਦੇ ਵਿੱਚ ਛੇਵੇਂ ਪਾਤਸ਼ਾਹੀ ਦੀ ਬਰਾਤ ਵਿੱਚ ਸ਼ਾਮਲ ਹੋ ਕਰਕੇ ਆਏ। ਜਦੋਂ ਇਹ ਆਨੰਦ ਕਾਰਜ ਹੋ ਗਿਆ, ਡੱਲੇ ਵਾਸੀ ਸੰਗਤ ਭਾਰੀ, ਡੱਲੇ ਨਗਰ ਦੀ ਸੰਗਤ ਮਹਾਰਾਜ ਸਾਹਿਬ ਜੀ ਨੂੰ ਦਰਸ਼ਨ ਕਰਦੀ ਹੈ, ਨਮਸਕਾਰਾਂ ਕਰਦੀ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ। ਤੇ ਸਤਿਗੁਰੂ ਜੀ ਨੇ ਪੁਰਾਣੇ ਗੁਰਸਿੱਖਾਂ ਦੇ ਬਾਰੇ ਪੁੱਛਿਆ ਉਸ ਮੌਕੇ ਕਿ ਉਹਨਾਂ ਦੇ ਬਾਰੇ ਦੱਸੋ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੰਗਤ ਕੀਤੀ ਹੈ, ਜਿਨ੍ਹਾਂ ਗੁਰਸਿੱਖਾਂ ਨੇ ਸਾਡੇ ਨਾਨਾ ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਕੇ ਗੁਰਸਿੱਖੀ ਪ੍ਰਾਪਤ ਕੀਤੀ, ਜੋ ਤੁਹਾਡੇ ਬਜ਼ੁਰਗ ਸਨ ਨਗਰ ਵਾਲਿਆਂ ਦੇ, ਉਹਨਾਂ ਗੁਰਸਿੱਖਾਂ ਬਾਰੇ ਦੱਸੋ। ਤੇ ਡੱਲੇ ਦੀ ਸੰਗਤ ਨੇ ਦੱਸਿਆ ਆਪਣੇ ਵੱਡੇ ਵਡੇਰੇ ਗੁਰਸਿੱਖਾਂ ਦੇ ਬਾਰੇ। ਬਚਨ ਵਿਲਾਸ ਹੋਏ ਮਾਰੇ ਪੰਜਵੇਂ ਪਾਤਸ਼ਾਹ ਦੀ ਸੰਗਤ ਦੇ ਨਾਲ। ਫਿਰ ਡੱਲੇ ਦੀ ਸੰਗਤ ਨੇ ਬੇਨਤੀ ਕੀਤੀ, ਮਾਰੇ ਆਪਣੇ ਸਾਹਿਬਜ਼ਾਦੇ ਨੂੰ ਵਿਆਹੁਣ ਵਾਸਤੇ ਆਏ ਹੋ, ਕੋਈ ਨਿਸ਼ਾਨੀ ਕਾਇਮ ਕਰਕੇ ਜਾਓ। ਮਾਰੇ ਕਹਿਣ ਲੱਗੇ ਵੀ ਸ਼ਾਮਾਂ ਨੂੰ ਕਰਾਂਗੇ, ਪਿਛਲੇ ਪੈਰ। ਸ਼ਾਮ ਦੇ ਮੌਕੇ ਤੇ ਫਿਰ ਸੰਗਤ ਨੂੰ ਆਖਿਆ ਵੀ ਇੱਕ ਕਹੀ ਲੈ ਕੇ ਆਓ। ਕਹੀ ਲਿਆਂਦੀ ਗਈ ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨਗਰ ਡੱਲੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਸੰਗਤਾਂ ਨੂੰ ਨਾਲ ਲੈ ਕੇ ਗਏ। ਸਾਰੇ ਗੁਰਸਿੱਖ ਨਾਲ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਮੰਝ ਜੀ, ਬਾਬਾ ਵਿਧੀ ਚੰਦ ਸਾਹਿਬ ਜੀ ਆਦਿਕ। ਫਿਰ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਨਾਲ ਨਗਰ ਦੇ ਚੜ੍ਹਦੇ ਵਾਲੇ ਪਾਸੇ ਸਤਿਗੁਰੂ ਜੀ ਨੇ ਕਹੀ ਦੇ ਨਾਲ ਟੱਪ ਲਾਇਆ, ਔਰ ਸੰਗਤ ਦੇ ਵਿੱਚ ਹੀ ਗੁਰਸਿੱਖਾਂ ਦੇ ਭਾਈ ਸਾਲੋ ਜੀ ਖਲੋਤੇ ਸਨ। ਤੇ ਭਾਈ ਸਾਲੋ ਜੀ ਨੂੰ ਸੰਬੋਧਨ ਹੋ ਕੇ ਮਹਾਰਾਜ ਨੇ ਆਖਿਆ ਵੀ ਇੱਥੇ ਬੌਲੀ ਸਾਹਿਬ ਦੀ ਰਚਨਾ ਕਰਨੀ ਹੈ। ਸੰਗਤ ਨੇ ਆਖਿਆ ਹੈ ਵੀ ਕੋਈ ਨਿਸ਼ਾਨੀ ਦੇ ਕੇ ਜਾਓ, ਆਪਣੇ ਸਾਹਿਬਜ਼ਾਦੇ ਨੂੰ ਵਿਆਹੁਣ ਵਾਸਤੇ ਆਏ ਹੋ। ਤੇ ਮਹਾਰਾਜ ਕਹਿਣ ਲੱਗੇ ਇੱਥੇ ਬੌਲੀ ਸਾਹਿਬ ਦੀ ਰਚਨਾ ਹੋਵੇਗੀ। ਤੱਕ ਆਪ ਜੀ ਨੇ ਲਾ ਦਿੱਤਾ ਆਪਣੇ ਪਵਿੱਤਰ ਹੱਥਾਂ ਦੇ ਨਾਲ ਪੰਜਵੇਂ ਪਾਤਸ਼ਾਹ ਨੇ, ਤੇ ਭਾਈ ਸਾਲੋ ਜੀ ਨੂੰ ਇਹ ਸੇਵਾ ਦੇ ਦਿੱਤੀ। ਆਖਿਆ ਤੁਸੀਂ ਹੁਣ ਇੱਥੇ ਰਹਿਣਾ ਹੈ ਤੇ ਸੰਗਤਾਂ ਨੂੰ ਨਾਲ ਲੈ ਕੇ ਇਹ ਬੌਲੀ ਸਾਹਿਬ ਦੀ ਸੇਵਾ ਕਰਾਉਣੀ। ਜਿੰਨਾ ਚਿਰ ਬੌਲੀ ਸਾਹਿਬ ਦੀ ਰਚਨਾ ਨਹੀਂ ਸਾਰੀ ਹੋ ਜਾਂਦੀ ਸੰਪੂਰਨ, ਉਹਨਾਂ ਚਿਰ ਭਾਈ ਸਾਲੋ ਜੀ ਤੁਸੀਂ ਇੱਥੇ ਰਹਿ ਕਰਕੇ ਸੇਵਾ ਕਰਾਉਣੀ। ਫਿਰ ਇਸ ਬੌਲੀ ਸਾਹਿਬ ਦੀ ਸਾਰੀ ਸੇਵਾ ਬ੍ਰਹਮ ਗਿਆਨੀ ਭਾਈ ਸਾਲੋ ਜੀ ਨੇ ਕਰਵਾਈ। ਸਾਧ ਸੰਗਤ, ਇਹ ਭਾਈ ਸਾਲੋ ਜੀ ਉਹ ਮਹਾਨ ਗੁਰਸਿੱਖ ਆ ਜਿਨ੍ਹਾਂ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਦੇ ਵਿੱਚ ਵੀ ਬੜਾ ਵੱਡਾ ਯੋਗਦਾਨ ਪਾਇਆ। ਪੰਜਵੇਂ ਪਾਤਸ਼ਾਹ ਦੇ ਪਿਆਰੇ ਸਿੱਖ। ਦਰਬਾਰ ਸਾਹਿਬ ਜੀ ਦੀ ਰਚਨਾ ਜਦੋਂ ਹੋ ਰਹੀ ਸੀ ਉਦੋਂ ਵੀ ਇਹਨਾਂ ਨੇ ਬੜੀ ਸੇਵਾ ਕੀਤੀ। ਔਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਭਾਈ ਸਾਲੋ ਦਾ ਟੋਭਾ, ਉਹ ਅਸਥਾਨ ਵੀ ਬੜਾ ਪ੍ਰਸਿੱਧ ਹੈ ਜਿੱਥੇ ਸੰਗਤਾਂ ਨੂੰ ਇਹ ਜਲ ਛਕਾਇਆ ਕਰਦੇ ਸਨ। ਜਦੋਂ ਦਰਬਾਰ ਸਾਹਿਬ ਤੋਂ ਆਪਾਂ ਸਤਿਗੁਰੂ
ਗਰੀਬ ਨਵਾਜ ਸਾਹਿਬ ਜੀ ਦੇ ਘਰ ਵੱਲ ਨੂੰ ਜਾਂਦੇ ਆ ਨਾ, ਜਿੱਥੇ ਮਹਾਰਾਜ ਦੀ ਰਿਹਾਇਸ਼ ਹੁੰਦੀ ਸੀ, ਗੁਰੂ ਕੇ ਮਹਿਲ ਸਾਹਿਬ ਅਸਥਾਨ ਆ ਜੋ ਅੰਮ੍ਰਿਤਸਰ ਸਾਹਿਬ ਦੇ ਵਿੱਚ, ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ। ਜਿੱਥੇ ਚੌਥੇ ਪਾਤਸ਼ਾਹ ਨੇ ਆਪਣੀ ਰਿਹਾਇਸ਼ ਬਣਾਈ ਸੀ, ਚੌਥੇ ਪਾਤਸ਼ਾਹ ਵੀ ਉੱਥੇ ਰਹਿੰਦੇ ਰਹੇ, ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ, ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਉੱਥੇ ਨਿਵਾਸ ਰੱਖਿਆ। ਉਹ ਅਸਥਾਨ ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹੈ। ਜਦੋਂ ਦਰਬਾਰ ਸਾਹਿਬ ਤੋਂ ਗੁਰੂ ਕੇ ਮਹਿਲ ਸਾਹਿਬ ਵੱਲ ਨੂੰ ਜਾਈਏ, ਗੁਰੂ ਕੇ ਮਹਿਲ ਉਹਨਾਂ ਨੂੰ ਤਿਆਂ ਕਿਹਾ ਜਾਂਦਾ, ਮਹਾਰਾਜ ਦੀ ਉੱਥੇ ਰਿਹਾਇਸ਼ ਸੀ, ਮਹਾਰਾਜ ਦੇ ਮਹਿਲ ਪਏ ਹੋਏ ਸਨ। ਗੁਰੂ ਕੇ ਮਕਾਨ ਸੀ, ਰਿਹਾਇਸ਼ੀ ਮਕਾਨ, ਇਸ ਕਰਕੇ ਉਸ ਸਥਾਨ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ। ਜਦੋਂ ਉਧਰ ਨੂੰ ਜਾਈਏ ਤੇ ਉਧਰਲੇ ਪਾਸੇ ਭਾਈ ਸਾਲੋ ਜੀ ਦਾ ਟੋਭਾ ਆਉਂਦਾ ਤੇ ਸੰਗਤਾਂ ਉੱਥੇ ਵੀ ਭਾਵਨਾ ਦੇ ਨਾਲ ਜਾ ਕੇ ਨਮਸਕਾਰ ਕਰਦੀਆਂ। ਤੇ ਕਿਉਂਕਿ ਭਾਈ ਸਾਲੋ ਜੀ ਨੇ ਬਹੁਤ ਸੇਵਾ ਕੀਤੀ ਹੈ ਅੰਮ੍ਰਿਤਸਰ ਸਾਹਿਬ, ਸਰੋਵਰ ਸਾਹਿਬਾਂ ਦੀ, ਦਰਬਾਰ ਸਾਹਿਬ ਦੀ, ਤੇ ਸਤਿਗੁਰੂ ਜੀ ਦੀਆਂ ਮਹਾਨ ਖੁਸ਼ੀਆਂ ਲਈਆਂ। ਫਿਰ ਇੱਥੇ ਡੱਲੇ ਨਗਰ ਦੇ ਵਿੱਚ ਬੌਲੀ ਸਾਹਿਬ ਦੀ ਸੇਵਾ ਵੀ ਭਾਈ ਸਾਲੋ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਖਸ਼ੀ ਸੀ। ਉਹ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਇਹ ਬੌਲੀ ਸਾਹਿਬ ਦੀ ਰਚਨਾ ਕਰਵਾਈ, ਤੇ ਨਾਲੇ ਬਚਨ ਕੀਤਾ ਜਿਹੜਾ ਭਾਵਨਾ ਨਾਲ ਇੱਥੇ ਇਸ਼ਨਾਨ ਕਰੇਗਾ ਉਹਦੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਇਆ ਕਰਨਗੀਆਂ। ਤੇ ਸੰਗਤਾਂ ਫਿਰ ਅੱਸੂ ਮਹੀਨੇ ਦੀ ਜੋ ਮੱਸਿਆ ਆਉਂਦੀ ਹੈ, ਜੋ ਕੱਲ ਨੂੰ ਹੈ ਅੱਸੂ ਮਹੀਨੇ ਦੀ ਮੱਸਿਆ, ਅੱਜ 14 ਦਾ ਦਿਹਾੜਾ ਹੈ, ਤੇ ਅੱਜ ਡੱਲੇ ਨਗਰ ਦੇ ਵਿੱਚ ਵੀ ਅੱਜ ਨਗਰ ਕੀਰਤਨ ਵੀ ਹੈ, ਦੱਸ ਰਹੇ ਸੀ ਗੁਰਸਿੱਖ, ਤੇ ਦੀਵਾਨ ਵੀ ਸਜਣੇ ਆ, ਕਿਉਂਕਿ ਕੱਲ ਤੋਂ ਅਖੰਡ ਪਾਠ ਸਾਹਿਬਾਂ ਦੇ ਪ੍ਰਵਾਹ ਚੱਲ ਰਹੇ ਆ। ਤੇ ਫਿਰ ਅਖੰਡ ਪਾਠ ਸਾਹਿਬਾਂ ਦੇ ਵੀ ਭੋਗ ਸੰਪੂਰਨ ਹੁੰਦੇ ਆ ਭਾਈ ਲਾਲੋ ਜੀ ਦੇ ਸਥਾਨ ਤੇ, ਔਰ ਇਸੇ ਤਰ੍ਹਾਂ ਬੌਲੀ ਸਾਹਿਬ ਵਾਲੇ ਸਥਾਨ ਤੇ, ਧੰਨ ਮਾਤਾ ਦਮੋਦਰੀ ਜੀ ਦੇ ਪਵਿੱਤਰ ਸਥਾਨ ਤੇ, ਉਹਨਾਂ ਸਾਰੇ ਸਥਾਨਾਂ ਤੇ ਉਹ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪਵਿੱਤਰ ਹੋਈ ਧਰਤੀ, ਜਿੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਹੈ, ਉੱਥੇ ਨਾਲ ਹੀ ਡੱਲੇ ਨਗਰ ਦੀ ਧਰਤੀ, ਇਸ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨ ਛੋਹ ਬਖਸ਼ ਕਰਕੇ ਪਵਿੱਤਰ ਕੀਤਾ ਹੈ। ਔਰ ਇੱਥੇ ਗੁਰੂ ਕੇ ਮਹਾਨ ਗੁਰਸਿੱਖੀ ਕਮਾਉਣ ਵਾਲੇ ਭਾਈ ਪਾਰੋ ਜੀ ਵਰਗੇ, ਭਾਈ ਲਾਲੋ ਜੀ ਵਰਗੇ, ਇਹਨਾਂ ਦੇ ਦੋਵੇਂ ਨਾਮ ਆਉਂਦੇ ਆ, ਘੋੜੇ ਨਾਲ ਵੀ ਹੈ ਤੇ ਲੱਲੇ ਨੂੰ ਦਲੈਂਕੜੇ ਨਾਲ ਵੀ ਹੈ। ਭਾਈ ਲਾਲੋ ਜੀ ਕਰਕੇ ਵੀ ਤੇ ਭਾਈ ਲਾਲੂ ਜੀ ਕਰਕੇ ਵੀ ਨਾਮ ਆਉਂਦਾ। ਉਹਨਾਂ ਗੁਰਸਿੱਖਾਂ ਨੇ ਮਹਾਨ ਗੁਰਸਿੱਖੀ ਕਮਾਈ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਔਰ 4 ਮੰਜੀਆਂ ਡੱਲੇ ਨਗਰ ਨੂੰ 22 ਮੰਜੀਆਂ ਦੇ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਨੇ 4 ਮੰਜੀਆਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਉਹ ਡੱਲੇ ਦੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀਆਂ, ਜਿੱਥੇ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਕੀਆਂ ਸੰਗਤਾਂ ਭਾਵਨਾ ਸਹਿਤ ਬੌਲੀ ਸਾਹਿਬ ਦਾ ਇਸ਼ਨਾਨ ਕਰਦੀਆਂ ਹਨ, ਜਿਸ ਬੌਲੀ ਸਾਹਿਬ ਦੀ ਰਚਨਾ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗਰੀਬ ਨਵਾਜ ਦੇ ਕਰ ਕਮਲਾਂ ਦੇ ਨਾਲ ਟੱਕ ਲੱਗ ਕੇ ਹੋਈ ਹੈ। ਔਰ ਇਹ ਛੇਵੇਂ ਪਾਤਸ਼ਾਹ ਦੇ ਵਿਆਹ ਦੀ ਯਾਦਗਾਰ ਦੇ ਵਿੱਚ ਬੌਲੀ ਸਾਹਿਬ ਦੀ ਰਚਨਾ ਕੀਤੀ ਗਈ ਸੀ। ਕੋਈ ਪਵਿੱਤਰ ਸਾਲਾਨਾ ਜੋ ਜੋੜ ਮੇਲਾ ਡੱਲੇ ਨਗਰ ਦੇ ਵਿੱਚ ਮਨਾਇਆ ਜਾ ਰਿਹਾ ਹੈ, ਔਰ ਅੱਜ ਵੀ ਸੰਗਤਾਂ ਵੱਡੀ ਭਾਰੀ ਗਿਣਤੀ ਵਿੱਚ ਦਿਨੇ ਵੀ ਹਾਜ਼ਰੀ ਭਰਨਗੀਆਂ, ਰਾਤ ਦੇ ਦੀਵਾਨ ਵੀ ਹੁੰਦੇ ਆ, ਰਾਤ ਨੂੰ ਵੀ ਡੱਲੇ ਨਗਰ 'ਚ ਸੰਗਤਾਂ ਹਾਜ਼ਰੀ ਭਰਨਗੀਆਂ। ਤੇ ਕੱਲ੍ਹ ਨੂੰ ਮੱਸਿਆ ਦਾ ਦਿਹਾੜਾ ਹੈ। ਜਿਵੇਂ ਹਰੇਕ ਮੱਸਿਆ ਇੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੀ ਸੰਗਤਾਂ ਸ਼ਰਧਾ ਦੇ ਨਾਲ ਹਾਜ਼ਰੀ ਭਰਦੀਆਂ, ਦੀਵਾਨ ਸਾਜਦੇ ਹਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਅੱਸੂ ਦੀ ਮੱਸਿਆ ਫਿਰ ਡੱਲੇ ਨਗਰ ਦੇ ਵਿੱਚ ਵੀ ਸੰਗਤਾਂ ਭਾਵਨਾ ਦੇ ਨਾਲ ਇਸ਼ਨਾਨ ਕਰਕੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਸੇਵਾ ਸਿਮਰਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਉਹ ਇਹ ਕੁਝ ਬੇਨਤੀਆਂ ਸਾਧ ਸੰਗਤ ਜੀ ਇਸ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਲੜੀਵਾਰ ਰੂਪ ਦੇ ਵਿੱਚ ਜੋ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, 1148 ਅੰਗ ਤੇ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦਾ ਅੰਮ੍ਰਿਤ ਬਚਨ ਸਰਵਣ ਕਰੀਏ। ਸਭ ਮਾਈ ਭਾਈ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਭੈਰੋ ਰਾਗ ਹੈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ 24ਵਾਂ ਰਾਗ ਹੈ। ਪੰਚਮ ਪਾਤਸ਼ਾਹ
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਸਭ ਤੇ ਉੱਚਾ ਜਾ ਕਾ ਨਾਮ। ਮਹਾਰਾਜ ਕਹਿੰਦੇ ਭਾਈ ਸਾਰਿਆਂ ਤੋਂ ਉੱਚਾ ਜਿਸ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੁੱਚਾ। ਵਾਹਿਗੁਰੂ ਜੀ ਦਾ ਨਾਮ ਸਭ ਤੋਂ ਉੱਚਾ, ਕਿਉਂਕਿ ਉਹ ਪ੍ਰਭੂ ਆਪ ਸਭ ਤੋਂ ਉੱਚਾ, ਆਪ ਸਭ ਤੋਂ ਵੱਡਾ, ਉਸ ਦਾ ਨਾਮ ਵੀ ਸਭ ਤੋਂ ਉੱਚਾ, ਉਸ ਦੀ ਵਡਿਆਈ ਵੀ ਸਭ ਤੋਂ ਉੱਚੀ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਉਹ ਪ੍ਰਭੂ ਆਪ ਵੱਡਾ ਹੈ ਸਭ ਨਾਲੋਂ, ਉਸ ਦੀ ਵਡਿਆਈ ਵੀ ਵੱਡੀ ਹੈ, ਉਸ ਦਾ ਨਾਮ ਵੀ ਵੱਡਾ। ਬਾਕੀ ਸਭ ਦੇ ਨਾਮ ਉਹਦੇ ਤੋਂ ਛੋਟੇ ਹਨ। ਸਭ ਤੇ ਉੱਚਾ ਜਾ ਕਾ ਨਾਮ, ਸਾਰਿਆਂ ਨਾਲੋਂ ਉੱਚਾ ਹੈ ਜਿਸ ਦਾ ਨਾਮ। ਤੇ ਨਾਮ ਦੀ ਮਹਿਮਾ ਸਾਰੇ ਯੁੱਗਾਂ ਦੇ ਵਿੱਚ ਪ੍ਰਗਟ ਹੈ, ਪ੍ਰਸਿੱਧ ਹੈ। ਤੇ ਨਾਮ ਦੀ ਬਰਕਤ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਕਰਤਾ ਪੁਰਖ ਨੇ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਦੇ ਆਸਰੇ ਹਨ ਖੰਡ ਤੇ ਬ੍ਰਹਿਮੰਡ। ਨਾਮ ਕੇ ਧਾਰੇ ਸਗਲੇ ਜੰਤ, ਸਾਰੇ ਜੀਵ ਜੰਤ ਨਾਮ ਦੇ ਆਸਰੇ ਹਨ। ਉੱਚਾ ਹੈ ਪ੍ਰਭੂ ਆਪ ਸਭ ਨਾਲੋਂ, ਪਰ ਉਸ ਨੇ ਆਪਣੇ ਨਾਮ ਨੂੰ ਆਪਣੇ ਨਾਲੋਂ ਵੀ ਉੱਚਾ ਰੱਖਿਆ। ਉੱਚੇ ਉੱਪਰ ਉੱਚਾ ਨਾਮ, ਉੱਚੇ ਨਾਲੋਂ ਵੀ ਉੱਚਾ ਨਾਮ ਹੈ, ਕਿਉਂਕਿ ਉਸ ਉੱਚੇ ਦੀ ਪ੍ਰਾਪਤੀ ਉਸ ਉੱਚੇ ਦਾ ਨਾਮ ਜਪ ਕੇ ਹੀ ਹੁੰਦੀ ਹੈ। ਨਾਮ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਜਿਨ੍ਹਾਂ ਨੂੰ ਵੀ ਦਰਸ਼ਨ ਪ੍ਰਾਪਤ ਹੋਏ ਆ ਨਾ, ਭਗਤਾਂ ਨੂੰ, ਸੰਤਾਂ ਨੂੰ, ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ, ਉਸ ਉੱਚੇ ਦਾ ਨਾਮ ਜਪ ਕੇ ਹੀ ਉਸ ਉੱਚੇ ਦੇ ਦਰਸ਼ਨ ਪ੍ਰਾਪਤ ਹੋਏ। ਜੇ ਭਗਤ ਕਬੀਰ ਸਾਹਿਬ ਜੀ ਨੇ ਪ੍ਰਭੂ ਦਾ ਦਰਸ਼ਨ ਪ੍ਰਾਪਤ ਕੀਤਾ ਹੈ, ਤੇ ਭਗਤ ਜੀ ਨੇ ਨਾਮ ਜਪ ਕਰਕੇ ਹੀ ਦਰਸ਼ਨ ਪ੍ਰਾਪਤ ਕੀਤਾ। ਇਸ ਕਰਕੇ ਉਹਨਾਂ ਦਾ ਵਚਨ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਭਗਤ ਜੀ ਕਹਿੰਦੇ ਮੇਰੀ ਰਸਨਾ ਹੀ ਸਿਮਰਨੀ ਹੈ। ਰਸਨਾ ਦੇ ਉੱਤੇ ਜੋ ਰਾਮ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਹੈ, ਇਹ ਮੈਂ ਮਾਲਾ ਫੇਰ ਰਿਹਾ ਹਾਂ, ਇਹ ਮੈਂ ਸਿਮਰਨੀ ਫੇਰ ਰਿਹਾ ਹਾਂ। ਆਦ ਤੋਂ ਲੈ ਕੇ, ਸ੍ਰਿਸ਼ਟੀ ਦੇ ਆਦ ਕਾਲ ਤੋਂ ਲੈ ਕੇ ਯੁੱਗਾਂ ਯੁਗੰਤਰਾਂ ਦੇ ਵਿੱਚ ਸਾਰੇ ਭਗਤਾਂ ਨੂੰ ਸੁੱਖ ਵਿੱਚ ਵਿਸਰਾਮ ਦੇਣ ਵਾਲਾ ਜੋ ਨਾਮ ਹੈ, ਉਹ ਨਾਮ ਮੇਰੀ ਰਸਨਾ ਤੇ ਹੈ। ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ, ਉਹਨਾਂ ਨੂੰ ਸੁੱਖ ਵਿੱਚ ਵਿਸਰਾਮ ਟਿਕਾਣਾ ਦਿੱਤਾ ਹੈ, ਨਾਮ ਨੇ ਦਿੱਤਾ ਹੈ। ਉਸ ਨਾਮ ਦਾ ਸਿਮਰਨ ਭਗਤ ਕਬੀਰ ਸਾਹਿਬ ਜੀ ਨੇ ਕੀਤਾ। ਨਾਮ ਜਪ ਕੇ ਨਾਮੀ ਤੀਕ ਪਹੁੰਚਿਆ ਹੈ ਭਗਤ। ਭਗਤ ਨਾਮਦੇਵ ਸਾਹਿਬ ਜੀ ਨੇ ਜੇ ਨਾਮ ਜਪਿਆ ਤਾਂ ਹੀ ਪ੍ਰਭੂ ਦਾ ਦਰਸ਼ਨ ਪ੍ਰਾਪਤ ਹੋਇਆ। ਭਗਤ ਰਵਿਦਾਸ ਸਾਹਿਬ ਜੀ ਨੇ ਨਾਮ ਜਪਿਆ ਤਾਂ ਹੀ ਵਾਹਿਗੁਰੂ ਜੀ ਦੇ ਦੀਦਾਰ ਪ੍ਰਾਪਤ ਹੋਏ। ਭਗਤ ਸੈਨ ਜੀ ਨੇ ਸਿਮਰਨੀ ਕੀਤਾ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਘਰ ਵਿੱਚ ਸੰਤ ਪ੍ਰਾਹੁਣੇ ਆ ਗਏ, ਸਾਰੀ ਰਾਤ ਕੀਰਤਨ ਕੀਤਾ। ਰਾਜੇ ਦੀ ਮਾਲਸ਼ ਕਰਨ ਭਗਤ ਸੈਣ ਜੀ ਜਾਇਆ ਕਰਦੇ ਸੀ। ਪਰਮੇਸ਼ਰ ਨੇ ਆਪ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਮਾਲਸ਼ ਕੀਤੀ। ਰਾਜੇ ਦਾ ਰੋਗ ਹੀ ਸਾਰਾ ਦੂਰ ਹੋ ਗਿਆ। ਇਹ ਸਾਰੀਆਂ ਬਰਕਤਾਂ ਨਾਮ ਦੀਆਂ ਹੀ ਹਨ। ਭਗਤ ਧੰਨਾ ਜੀ ਨੇ ਨਾਮ ਹੀ ਜਪਿਆ ਤਾਂ ਪਰਮੇਸ਼ਰ ਜੀ ਦਾ ਦਰਸ਼ਨ ਵੀ ਪ੍ਰਾਪਤ ਕੀਤਾ, ਤੇ ਪ੍ਰਭੂ ਜੀ ਨੇ ਫਿਰ ਭਗਤ ਧੰਨੇ ਦੇ ਕਾਰਜ ਵੀ ਕੀਤੇ। ਖੂਹ ਵੀ ਗੇੜਿਆ, ਨੱਕੇ ਵੀ ਮੋੜੇ ਤੇ ਗਾਵਾਂ ਵੀ ਚਾਰੀਆਂ।
ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣੇ ਆਵੈ। ਧੰਨੇ ਡਿਠਾ ਚਲਤੇ ਹੋ ਪੁੱਛੈ, ਬਾਹਮਣ ਆਖ ਸੁਣਾਵੈ। ਠਾਕੁਰ ਦੀ ਸੇਵਾ ਕਰੇ, ਜੋ ਇਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ, ਮੈਂ ਪੇ ਦੇਖ ਜਿਉ ਤੁਧ ਭਾਵੈ। ਪੱਥਰ ਇੱਕ ਲਪੇਟ ਕਰ ਦੇ, ਧੰਨੇ ਨੂੰ ਗੈਲ ਛੁਡਾਵੈ। ਠਾਕੁਰ ਨੂੰ ਨਾ ਭਾਲ ਕੇ, ਸ਼ਾਹੇ ਰੋਟੀ ਲੈ ਭੋਗ ਚੜਾਵੈ। ਹੱਥ ਜੋੜ ਮਿੰਨਤਾਂ ਕਰੈ, ਪੈਰੀ ਪੈ ਪੈ ਬਹੁਤ ਮਨਾਵੈ। ਹਉਪੀ ਮੋਹ ਨਾ ਜੁਠਾਲਸਾਂ, ਤੂੰ ਰੁੱਠਾ ਮਹਿ ਕਿਹੋ ਨਾ ਸੁਠਾਵੈ। ਗੋ ਸਾਈਂ ਪ੍ਰਤੱਖ ਹੋਏ, ਰੋਟੀ ਖਾਏ, ਸ਼ਾਹੇ ਮੋਹਿ ਲਾਵੈ। ਭੋਲਾ ਭਾਓ ਗੋਬਿੰਦ ਮਿਲਾਵੈ। ਤੇ ਫਿਰ ਪ੍ਰਭੂ ਦੇ ਦਰਸ਼ਨ ਪ੍ਰਾਪਤ ਹੋਏ, ਸਾਰੇ ਕਾਰਜ ਕੀਤੇ। ਤੇ ਫਿਰ ਭਗਤ ਧੰਨਾ ਜੀ ਨੇ ਆਪਣੀ ਰਸਨਾ ਤੋਂ ਕਿਹਾ ਇਹ ਬਚਨ, ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ। ਕਿ ਜਿਨ੍ਹਾਂ ਨੇ ਨਾਮ ਜਪਿਆ ਭਾਈ, ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਪਰਮੇਸ਼ਰ, ਲੋਕ ਦੇ ਪਰਲੋਕ ਦੇ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਭਗਤ ਧਰੂ ਜੀ ਨੇ ਨਾਮ ਹੀ ਜਪਿਆ ਤੇ ਪ੍ਰਭੂ ਜੀ ਦੀ ਪ੍ਰਾਪਤੀ ਹੋ ਗਈ। ਭਗਤ ਪ੍ਰਹਿਲਾਦ ਜੀ ਨੇ ਨਾਮ ਜਪਿਆ ਤੇ ਰੱਖਿਆ ਹੋਈ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤੇ ਬੇਨਤੀ ਵੀ ਕੀਤੀ ਸੀ ਕਿ ਪ੍ਰਭੂ ਜੀ, ਮੇਰੇ ਪਿਤਾ ਨੇ ਭਾਵੇਂ ਆਪ ਜੀ ਦੀ ਬੜੀ ਨਿੰਦਿਆ ਕੀਤੀ ਹੈ, ਪਿਤਾ ਹਰਨਾਕਸ਼ ਨੇ, ਤੇ ਆਪ ਦਿਆਲੂ ਕਿਰਪਾਲੂ ਹੋ, ਫਿਰ ਵੀ ਇਹਨਾਂ ਦੇ ਘਰ ਵਿੱਚ ਮੇਰਾ ਜਨਮ ਹੋਇਆ ਹੈ, ਤੇ ਮੇਰੇ ਪਿਤਾ ਦੀ ਵੀ ਕਲਿਆਣ ਕਰ ਦਿਓ। ਤੇ ਪ੍ਰਭੂ ਜੀ ਕਹਿਣ ਲੱਗੇ, ਜਿਨ੍ਹਾਂ ਨੇ ਥੰਮ ਵਿੱਚੋਂ ਪ੍ਰਗਟ ਹੋ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ, ਪ੍ਰਭ ਥੰਮ ਤੇ ਨਿਕਸੇ ਕਹਿ ਵਿਸਥਾਰ, ਹਰਨਾਕਸ ਛੇਦਿਓ ਨਖ ਵਿਦਾਰ। ਕੋਈ ਪਰਮ ਪੁਰਖ ਦੇ ਵਾਦ ਦੇਵ, ਭਗਤ ਹੇਤ ਨਰ ਸਿੰਘ ਭੇਵ। ਕਹਿਣ ਲੱਗੇ, ਪ੍ਰਹਿਲਾਦ ਤੈਨੂੰ ਕੋਈ ਸ਼ੰਕਾ ਹੈ ਵੀ ਤੇਰੇ ਪਿਤਾ ਦੀ ਕਲਿਆਣ ਨਹੀਂ ਕਰਾਂਗੇ ਅਸੀਂ? ਕਹਿੰਦੇ, ਤੇਰੀਆਂ 21 ਕੁਲਾਂ ਦਾ ਉਧਾਰ ਕੀਤਾ। ਪ੍ਰਹਿਲਾਦ, ਤੇਰੀਆਂ 21 ਕੁਲਾਂ ਦਾ ਉਧਾਰ ਕੀਤਾ। ਤੇ ਬਾਣੀ ਵਿੱਚ ਇਹ ਬਚਨ ਲਿਖਿਆ ਹੈ, ਪ੍ਰਹਿਲਾਦ ਜਾਣ ਕੇ 21 ਹੀ ਕੁਲ ਉਧਾਰੇ। ਕਹਿਣ ਲੱਗੇ, ਕੱਲੇ ਤੇਰੇ ਪਿਤਾ ਦੀ ਕਲਿਆਣ ਦੀ ਗੱਲ ਨਹੀਂ, ਇਹਦੇ ਵੀ ਕਲਿਆਣ ਕਰਾਂਗੇ ਤੇ 21 ਕੁਲਾਂ ਦਾ ਉਧਾਰ ਕਰਾਂਗੇ ਤੇਰੀਆਂ ਦਾ। ਕਿਉਂਕਿ ਤੂੰ ਸਾਡੀ ਭਗਤੀ ਕਰਨ ਵਾਲਾ ਜਿਸ ਖਾਨਦਾਨ 'ਚ ਪੈਦਾ ਹੋਇਆ, ਤੇਰੀਆਂ 21 ਕੁਲਾਂ ਦਾ ਉਧਾਰ ਕੀਤਾ। ਇਹ ਸਾਰੀ ਨਾਮ ਦੀ ਬਰਕਤ ਹੈ। ਇਸ ਕਰਕੇ ਜਿੱਥੇ ਉਹ ਪਰਮੇਸ਼ਰ ਸਭ ਤੋਂ ਉੱਚਾ ਹੈ, ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣਾ ਨਾਮ ਆਪਣੇ ਨਾਲੋਂ ਵੀ ਉੱਚਾ ਰੱਖਿਆ ਕਿ ਜਿਹਨੇ ਮੇਰੇ ਤੀਕ ਪਹੁੰਚਣਾ ਹੈ, ਉਹ ਮੇਰੇ ਨਾਮ ਨੂੰ ਜਪ ਕੇ ਹੀ ਮੇਰੇ ਤੀਕ ਪਹੁੰਚ ਸਕਦਾ। ਤੇ ਉਹੀ ਮਰਿਆਦਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਪਰਮੇਸ਼ਰ ਦਾ ਪ੍ਰਤੱਖ ਸਰਗੁਣ ਸਰੂਪ ਹਨ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਨ ਸਗਲੀ ਮੋਹੀ। ਤਾਂ ਸਤਿਗੁਰੂ ਜੀ ਨੇ ਆਪ ਪਰਮੇਸ਼ਰ ਦਾ ਪ੍ਰਤੱਖ ਸਰਗੁਣ ਸਰੂਪ ਹੁੰਦਿਆਂ ਆਪਣੇ ਨਾਲੋਂ ਨਾਮ ਦੀ ਮਹਿਮਾ ਮਹਾਰਾਜ ਨੇ ਜ਼ਿਆਦੀ ਰੱਖੀ ਹੈ। ਆਪਣੇ ਪਾਵਨ ਸਰੀਰ ਨਾਲੋਂ ਗੁਰਬਾਣੀ ਦੀ ਵਡਿਆਈ ਜ਼ਿਆਦੀ ਕਰਵਾਈ ਹੈ, ਗੁਰਬਾਣੀ ਦਾ ਅਦਬ ਜ਼ਿਆਦਾ ਕਰਵਾਇਆ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਦਸ਼ਮੇਸ਼ ਪਿਤਾ ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ ਸਤਿਗੁਰੂ ਜੀ ਤੱਕ ਦਸਾਂ ਹੀ ਪਾਤਸ਼ਾਹੀਆਂ ਨੇ ਆਪਣੇ ਪਾਵਨ ਸਰੀਰ ਤੋਂ ਵਧੇਕ ਗੁਰਬਾਣੀ ਦਾ ਅਦਬ ਕਰਵਾਇਆ। ਮਹਾਰਾਜ ਸਾਹਿਬ ਜੀ ਜਿੱਥੇ ਜਾਂਦੇ ਕਹਿੰਦੇ, ਭਾਈ ਨਾਮ ਜਪੋ। ਜਿੱਥੇ ਗਰੀਬ ਨਵਾਜ ਸਾਹਿਬ ਜੀ ਨੇ ਦਰਸ਼ਨ ਦਿੱਤੇ, ਉੱਥੇ ਆਖਿਆ ਸ਼ਬਦ ਨਾਲ ਜੁੜ ਜਾਓ, ਬਾਣੀ ਪੜੋ। ਜਦੋਂ ਸਿੱਧਾਂ ਤੇ ਪਾਸ ਪਹੁੰਚੇ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਹ ਸਿੱਧਾਂ ਨੇ ਪੁੱਛਿਆ ਸੀ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਵੱਡੀਆਂ ਉਮਰਾਂ ਸੀ ਸਿੱਧਾਂ ਦੀਆਂ, ਜੋਗਾ ਅਭਿਆਸੀ ਸਨ। ਮਹਾਰਾਜ ਨੂੰ ਬਾਲਕਾ ਹੀ ਦੱਸਦੇ ਸਨ। ਕਹਿੰਦੇ, ਉਹ ਬਾਲਿਆ, ਬਾਲਕਿਆ, ਕਿਹੜੀ ਸ਼ਕਤੀ ਤੈਨੂੰ ਇੱਥੇ ਲੈ ਕੇ ਆਈ? ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਹਾਂ ਜਪਿਆ ਪਰਮੇਸ਼ਰ, ਭਾਉ ਭਗਤ ਸੰਗ ਤਾੜੀ ਲਾਈ। ਸਿੱਧੋ ਅਸੀਂ ਪਰਮੇਸ਼ਰ ਨੂੰ ਜਪਿਆ,
ਪ੍ਰੇਮਾ ਭਗਤੀ ਦੀ ਸਮਾਧੀ ਲਾਈ ਤੇ ਇੱਥੇ ਸਮੇਰ ਪਰਬਤ ਤੇ ਆ ਪਹੁੰਚੇ ਹਾਂ। ਗੁਰਬਾਣੀ ਸਤ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸਾਨੂੰ ਗੁਰਬਾਣੀ ਤੇ ਸਤ ਸੰਗਤ ਤੋਂ ਬਿਨਾ ਰਾਈ ਸਰੋਂ ਦੇ ਦਾਣੇ ਜਿੰਨੇ ਵੀ ਹੋਰ ਕਿਸੇ ਦੀ ਓਟ ਨਹੀਂ ਹੈ। ਫਿਰ ਸਿੱਧ ਕਹਿਣ ਲੱਗੇ ਤੁਹਾਡਾ ਗੁਰੂ ਕੌਣ ਹੈ? ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸਾਡਾ ਗੁਰੂ ਸ਼ਬਦ ਹੈ। ਸ਼ਬਦ ਸਾਧ ਸੰਗਤ ਜੀ ਪਰਮੇਸ਼ਰ ਹੈ, ਸ਼ਬਦ ਬ੍ਰਹਮ ਹੈ, ਸ਼ਬਦ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਗਰੀਬ ਨਵਾਜ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਧੋ ਸਾਡਾ ਗੁਰੂ ਸ਼ਬਦ ਹੈ ਭਾਈ, ਜੋ ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜਿਆ ਹੈ ਨਾ, ਸ਼ਬਦ ਦੀ ਧੁਨ ਦੇ ਵਿੱਚ ਇਹ ਸੁਰਤ ਨੂੰ ਚੇਲਾ ਬਣਾਇਆ ਹੈ ਸ਼ਬਦ ਦੀ। ਉੱਥੇ ਆਪ ਜੀ ਨੇ ਬਚਨ ਕਹੇ ਤਤ ਨਿਰੰਜਨ ਜੋਤ ਸਬਾਈ, ਸੋ ਹੰ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਆਖਿਆ ਜੋ ਅਪਰੰਪਰ ਹੈ, ਪ੍ਰਕਿਰਤੀ ਉਰੇ ਹੈ, ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਪਰੇ ਹੈ। ਪਾਰ ਬ੍ਰਹਮ ਸਰਬ ਵਿਆਪਕ, ਪਾਪਾਂ ਪੁੰਨਾਂ ਤੋਂ ਵੀ ਜਿਹੜਾ ਪਰੇ ਹੈ, ਪਰਮ ਈਸ਼ਵਰ ਹੈ, ਉਹ ਸਾਡਾ ਗੁਰੂ ਹੈ ਸ਼ਬਦ। ਮਹਾਰਾਜ ਸਾਹਿਬ ਜੀ ਨੇ ਪਾਵਨ ਸਰੀਰ ਵਿੱਚ ਵਿਚਰਦਿਆਂ ਸ਼ਬਦ ਦੀ ਮਹਿਮਾ ਆਪਣੀ ਰਸਨਾ ਤੋਂ ਕੀਤੀ, ਸੰਸਾਰ ਨੂੰ ਬਾਣੀ ਨਾਲ ਜੋੜਿਆ, ਸ਼ਬਦ ਨਾਲ ਜੋੜਿਆ। ਦਸਾਂ ਹੀ ਜਾਮਿਆਂ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਬਾਣੀ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਉਹਨਾਂ ਨੂੰ ਪਹਿਲੇ ਗ੍ਰੰਥੀ ਮਹਾਰਾਜ ਸਾਹਿਬ ਜੀ ਨੇ ਸਥਾਪਨ ਕੀਤਾ ਤੇ ਆਪ ਆਪਣੇ ਕਰ ਕਮਲਾਂ ਵਿੱਚ ਚੌਰ ਸਾਹਿਬ ਲੈ ਕੇ ਗੁਰਬਾਣੀ ਦੇ ਉੱਪਰ ਚੌਰ ਕਰਦੇ ਆ ਪੰਜਵੇਂ ਪਾਤਸ਼ਾਹ। ਪੋਥੀ ਪਰਮੇਸ਼ਰ ਕਾ ਥਾਨ, ਆਪਣੀ ਰਸਨਾ ਤੋਂ ਬਚਨ ਉਚਾਰਨ ਕਰਦੇ। ਗੁਰਬਾਣੀ ਦੀ ਮਹਿਮਾ ਚ ਆਪਣੀ ਰਸਨਾ ਤੋਂ ਕਹਿੰਦੇ ਆ ਕਿ ਸਾਨੂੰ ਗੁਰਬਾਣੀ ਦਾ ਖਜ਼ਾਨਾ ਮਿਲ ਗਿਆ। ਗੁਰਸਿੱਖੋ ਅਸੀਂ ਧਨਾੜ ਹੋ ਗਏ, ਅਸੀਂ ਅਮੀਰ ਹੋ ਗਏ, ਸਾਨੂੰ ਪਿਤਾ ਦਾਦੇ ਦਾ ਇਹ ਖਜ਼ਾਨਾ ਮਿਲਿਆ ਹੈ ਗੁਰਬਾਣੀ ਦਾ। ਹਮ ਧਨਵੰਤ ਭਾਗ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰਿਆ ਫੂਟਿਆ ਤੋਲ, ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏਤ ਖਜ਼ਾਨਾ ਲਿਆ ਰਲਾਏ। ਮਹਾਰਾਜ ਕਹਿਣ ਲੱਗੇ ਇਹ ਖਜ਼ਾਨਾ ਐਸਾ ਹੈ ਗੁਰਬਾਣੀ ਦਾ, ਇਹਨੂੰ ਜਿੰਨਾ ਵੀ ਕੋਈ ਖਾਵੇਗਾ ਖਰਚੇਗਾ ਇਹ ਮੁੱਕੇਗਾ ਨਹੀਂ, ਇਹ ਵੱਧਦਾ ਹੀ ਜਾਵੇਗਾ। ਗੁਰਸਿੱਖੋ ਰਲ ਮਿਲ ਕੇ ਖਾਓ ਇਸ ਖਜ਼ਾਨੇ ਨੂੰ, ਭਾਵ ਜਪੋ ਗੁਰਬਾਣੀ ਨੂੰ, ਪੜ੍ਹੋ ਗੁਰਬਾਣੀ ਨੂੰ, ਹੋਰਨਾਂ ਨੂੰ ਵੀ ਪੜ੍ਹਾਓ, ਆਪ ਵੀ ਜਪੋ, ਹੋਰਨਾਂ ਨੂੰ ਵੀ ਜਪਾਓ। ਇਹ ਨਾਮ ਬਾਣੀ ਦਾ ਖਜ਼ਾਨਾ ਵੱਧਦਾ ਹੀ ਜਾਵੇਗਾ। ਇਹ ਐਸੀ ਬਖਸ਼ਿਸ਼ ਕੀਤੀ। ਰਾਤ ਨੂੰ ਸੁਖ ਆਸਨ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਪਲੰਗੇ ਤੇ ਸੁਖ ਆਸਨ ਹੈ। ਨਵੀਂ ਵਿਛਾਈ ਕਰਕੇ ਆਪ ਜ਼ਮੀਨ ਤੇ ਆਸਨ ਲਾਇਆ ਪੰਜਵੇਂ ਪਾਤਸ਼ਾਹ। ਗੁਰਸਿੱਖਾਂ ਨੇ ਆਖਿਆ ਮਹਾਰਾਜ ਆਪ ਜੀ ਨੇ ਬਾਣੀ ਉਚਾਰਨ ਕੀਤੀ ਹੈ, ਆਪ ਜੀ ਨੇ ਗੁਰਬਾਣੀ ਲਿਖਵਾਈ ਹੈ, ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਵਾਈ ਹੈ। ਆਪ ਜੀ ਨੇ ਮਾਰੇ 1604 ਈਸਵੀ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਵਾਲੇ ਦਿਨ ਪਹਿਲਾ ਪ੍ਰਕਾਸ਼ ਕਰਵਾਇਆ ਹੈ। ਆਪ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਸਥਾਪਨ ਕੀਤਾ ਹੈ। ਆਪ ਮਹਾਰਾਜ ਗੁਰਬਾਣੀ ਦੇ ਉੱਪਰ ਚੌਰ ਵੀ ਕਰਦੇ ਹੋ, ਤੁਸੀਂ ਆਪ ਮਹਾਰਾਜ ਗੁਰਬਾਣੀ ਨੂੰ ਮੱਥਾ ਟੇਕਦੇ ਹੋ। ਗੁਰਤਾ ਗੱਦੀ ਦੇ ਮਾਲਕ ਹੁੰਦੇ ਆ ਮਹਾਰਾਜ, ਗੁਰਬਾਣੀ ਨੂੰ ਪਲੰਗੇ ਦੇ ਉੱਤੇ ਸੁਖ ਆਸਨ ਤੇ ਆਪ ਥੱਲੇ ਜ਼ਮੀਨ ਤੇ ਮਹਾਰਾਜ ਵਿਰਾਜਦੇ ਹੋ। ਤੇ ਕਹਿਣ ਲੱਗੇ ਗੁਰਸਿੱਖੋ ਗੁਰਬਾਣੀ ਸਾਡੇ ਤੋਂ ਵੱਡੀ ਹੈ ਤੇ ਹਰ ਇੱਕ ਗੁਰਸਿੱਖ ਨੇ ਆਪਣੇ ਸਰੀਰ ਨਾਲੋਂ ਵਧੇਕ ਗੁਰਬਾਣੀ ਦਾ ਅਦਬ ਕਰਨਾ ਹੈ। ਸਾਧ ਸੰਗਤ ਜੀ, ਮਹਾਰਾਜ ਨੇ ਬਹੁਤ ਸਿੱਖਿਆਵਾਂ ਸਾਨੂੰ ਦਿੱਤੀਆਂ ਹਨ। ਆਪਣੇ ਸਰੀਰ ਨਾਲੋਂ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਮਾਲਕ ਹੁੰਦਿਆਂ ਗੁਰਬਾਣੀ ਦਾ ਜ਼ਿਆਦਾ ਅਦਬ ਕੀਤਾ ਹੈ, ਵੱਡਾ ਅਦਬ ਕੀਤਾ। ਵੇਖੋ ਪਲੰਗੇ ਦੇ ਉੱਤੇ
ਮਹਾਰਾਜ ਦਾ ਸੁੱਖ ਆਸਣ ਤੇ ਆਪ ਥੱਲੇ ਵਿਰਾਜਮਾਨ ਹੋਏ। ਇਸ ਕਰਕੇ ਗਰੀਬ ਨਵਾਜ਼ ਸਾਹਿਬ ਕਹਿਣ ਲੱਗੇ, ਆਪਣੇ ਤੋਂ ਵੱਡੇ ਨੂੰ ਨਮਸਕਾਰ ਕਰੀ ਜਾਂਦੀ ਹੈ, ਆਪਣੇ ਤੋਂ ਵੱਡੇ ਅੱਗੇ ਝੁਕੀਦਾ ਹੈ। ਅਸੀਂ ਤਾਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ, ਗੁਰਬਾਣੀ ਨੂੰ ਨਮਸਕਾਰ ਕਰਦੇ ਹਾਂ, ਕਿਉਂਕਿ ਗੁਰਬਾਣੀ ਸਾਡੇ ਨਾਲੋਂ ਵੱਡੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ, ਗੋਰੇ ਅਰਜੁਨ ਪ੍ਰਤੱਖ ਹਾਰ। ਪ੍ਰਤੱਖ ਹਾਰ ਹੁੰਦਿਆਂ ਗੁਰਬਾਣੀ ਦਾ ਏਡਾ ਵੱਡਾ ਅਦਬ ਕੀਤਾ ਗੁਰੂ ਸਾਹਿਬ ਜੀ ਨੇ, ਤੇ ਸਾਨੂੰ ਸੰਸਾਰੀ ਜੀਵਾਂ ਨੂੰ ਗੁਰਬਾਣੀ ਦਾ ਅਦਬ ਕਰਨ ਦੀ ਸਿੱਖਿਆ ਦਿੱਤੀ। ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਸਾਡੇ ਸਰੀਰ ਦੇ ਦਰਸ਼ਨ ਸਦਾ ਨਹੀਂ ਹੋਣਗੇ ਗੁਰਸੰਗਤ ਜੀ, ਤੁਹਾਨੂੰ ਸਮੇਂ ਦੇ ਨਾਲ ਇਹ ਸਰੀਰ ਨਹੀਂ ਦਰਸ਼ਨ ਦੇਵੇਗਾ, ਪਰ ਗੁਰਬਾਣੀ ਸਾਡਾ ਹਿਰਦਾ ਹੈ, ਗੁਰਬਾਣੀ ਸਾਡੀ ਆਤਮਾ ਹੈ, ਗੁਰਬਾਣੀ ਸਾਡੀ ਰੂਹ ਹੈ। ਗੁਰਬਾਣੀ ਰੂਪ ਵਿੱਚ ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ ਵਿੱਚ ਅਸੀਂ ਦਰਸ਼ਨ ਦਿਆਂਗੇ। ਇਤਿਹਾਸ ਵਿੱਚ ਇਹ ਪਾਵਨ ਬੋਲ ਲਿਖੇ ਆ। ਮਾਰੇ ਕਹਿਣ ਲੱਗੇ, ਸਤਿਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਗੁਰਬਾਣੀ ਇਹ ਸਾਡਾ ਹਿਰਦਾ ਹੈ ਤੇ ਸਾਡੇ ਤੋਂ ਉੱਤਮ ਹੈ, ਤੇ ਸਾਰਿਆਂ ਸਮਿਆਂ ਵਿੱਚ ਰਹੇਗੀ। ਸਰੀਰ ਇੱਕ ਥਾਂ ਤੇ ਹੀ ਦਰਸ਼ਨ ਦਿੰਦਾ ਹੈ, ਤੇ ਗੁਰਬਾਣੀ ਇੱਕੇ ਸਮੇਂ ਸਾਰਿਆਂ ਥਾਵਾਂ ਤੇ ਵੀ ਦਰਸ਼ਨ ਦੇਵੇ। ਗੁਰਬਾਣੀ ਸਾਡਾ ਹਿਰਦਾ ਹੈ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ, ਸਾਹਿਬ ਜਾਣ ਅਦਾਇਬ ਕਹਿ ਹੈ। ਮੇਰੇ ਸਰੀਰ ਨਾਲੋਂ ਵੱਡੀ ਹੈ ਗੁਰਬਾਣੀ ਗੁਰਸਿੱਖੋ। ਆਪਣਾ ਮਾਲਕ ਜਾਣ ਕੇ ਗੁਰਬਾਣੀ ਨੂੰ ਤਾਂ ਅਸੀਂ ਅਦਬ ਕੀਤਾ ਹੈ। ਪੂਜੋ ਚੰਦਨ ਕੇਸਰ ਕੋ ਘਸ, ਧੂਪ ਦਿਖਾਏ ਕੈ ਫੂਲ ਚੜਾਇਆ ਹੈ। ਮਹਾਰਾਜ ਕਹਿਣ ਲੱਗੇ, ਤੁਸੀਂ ਵੀ ਗੁਰਬਾਣੀ ਦਾ ਅਦਬ ਕਰੋ, ਗੁਰਬਾਣੀ ਦਾ ਪੂਜਨ ਕਰੋ, ਚੰਦਨ ਤੇ ਕੇਸਰ ਦਾ ਛਿੜਕਾਅ ਵੀ ਕਰੋ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੈ। ਸੁਗੰਧੀਆਂ ਛਿੜਕੋ, ਫੁੱਲ ਭੇਟ ਕਰੋ। ਪੂਜੋ ਚੰਦਨ ਕੇਸਰ ਕੋ ਘਸ, ਧੂਪ ਦਿਖਾਏ ਕੈ ਫੂਲ ਚੜਾਏ। ਧੂਪ ਵੀ ਸੁਗੰਧੀ ਵੀ ਦਿਖਾਓ, ਫੁੱਲ ਵੀ ਭੇਟ ਕਰੋ, ਤੇ ਭਾਵਨਾ ਦੇ ਨਾਲ ਗੁਰਬਾਣੀ ਦੀ ਸੰਥਿਆ ਕਰਕੇ ਗੁਰਬਾਣੀ ਨੂੰ ਪ੍ਰੇਮ ਸਹਿਤ ਪੜ੍ਹੋ, ਸੁਣੋ, ਵਿਚਾਰੋ, ਮੰਨੋ। ਐਸੀ ਸਿੱਖਿਆ ਦਿੱਤੀ ਮਹਾਰਾਜ ਸਾਹਿਬ ਜੀ। ਸਾਧ ਸੰਗਤ ਜੀ, ਇਸ ਕਰਕੇ ਗੁਰਬਾਣੀ ਦਾ ਅਦਬ ਗੁਰੂ ਜੀ ਨੇ ਆਪਣੇ ਨਾਲੋਂ ਵਧੇਕ ਕਰਵਾਇਆ, ਆਪਣੇ ਪਾਵਨ ਸਰੀਰ ਨਾਲ। ਜਿਵੇਂ ਪਰਮੇਸ਼ਰ ਜੀ ਨੇ ਆਪਣੇ ਨਾਲੋਂ ਆਪਣੇ ਨਾਮ ਨੂੰ ਜ਼ਿਆਦਾ ਵਡਿਆਈ ਦਿੱਤੀ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੇ ਪਾਵਨ ਸਰੀਰ ਨਾਲੋਂ ਗੁਰਬਾਣੀ ਦੀ ਜ਼ਿਆਦਾ ਵਡਿਆਈ ਆਪ ਕੀਤੀ ਤੇ ਸੰਗਤ ਪਾਸੋਂ ਕਰਵਾਈ। ਸਭ ਤੇ ਉੱਚਾ ਜਾ ਕਾ ਨਾਉ। ਕਿਸੇ ਵੀ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਈਏ, ਛੇਵੇਂ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਸੁਣ ਕੇ ਭਾਈ ਗੋਪਾਲੇ ਜੀ ਦੇ ਪਾਸੋਂ ਗੁਰਿਆਈ ਦੇਣ ਵਾਸਤੇ ਤਿਆਰ ਹੋ ਗਏ ਸਨ। ਸਿੱਖ ਨੇ ਘੋੜੇ ਦੀ ਇੱਛਾ ਮਨ 'ਚ ਕਰ ਲਈ ਸੀ, ਫਿਰ ਘੋੜਾ ਦਿੱਤਾ ਸੀ 1.25 ਲੱਖ ਦਾ। 1.25 ਲੱਖ ਦੀ ਕਾਠੀ ਉੱਤੇ ਸੁਨਹਿਰੀ ਸੋਨੇ ਦੀ ਪਾ ਕੇ ਇੱਕ ਸੋਨੇ ਦੀਆਂ ਮੋਹਰਾਂ ਦੀ ਖੁਰਜੀ ਭਰ ਕੇ ਦਿੱਤੀ, ਸਿਰੋਂ ਪਾਓ ਦਿੱਤਾ, ਬਸਤਰ ਦਿੱਤੇ, ਘੁੱਟ ਕੇ ਕੰਠ ਨਾਲ ਲਾਇਆ, ਪਹਿਰ ਸਿਰ ਪਾਓ, ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਤੇ ਕਹਿਣ ਲੱਗੇ, ਸਿੱਖਾ ਸੁਧ ਜਪਜੀ ਸਾਹਿਬ ਦਾ ਪਾਠ ਸੁਣਾਇਆ ਹੈ, ਤੇਰੀ ਵੀ ਕਲਿਆਣ ਕੀਤੀ, ਤੇਰੀ ਕੁਲ ਦੀ ਵੀ ਕਲਿਆਣ ਕੀਤੀ। ਐਸੀਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਇੱਕ ਜਪਜੀ ਸਾਹਿਬ ਦਾ ਪਾਠ ਸੁਧ ਸੁਣ ਕੇ ਤੇ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਜੇ ਫੁਰਨਾ ਨਾ ਮਨ 'ਚ ਘੋੜੇ ਦਾ ਕਰਦਾ ਤੇ ਗੁਰਿਆਈ ਦੇ ਦੇਣੀ ਸੀ ਅਸੀਂ। ਜਪਜੀ ਸਾਹਿਬ ਦਾ ਇੱਕ ਪਾਠ ਸੁਣ ਕੇ ਗੁਰਤਾ ਗਤੀ ਦੇਣ ਵਾਸਤੇ ਤਿਆਰ ਹੋ ਗਏ ਛੇਵੇਂ ਪਾਤਸ਼ਾਹ। ਕਿੱਡਾ ਵੱਡਾ ਮਹਾਰਾਜ ਨੇ ਬਾਣੀ ਦਾ ਅਦਬ ਕੀਤਾ, ਕਿਉਂਕਿ ਗੁਰਬਾਣੀ ਦਾ ਕੋਈ ਮੁੱਲ ਥੋੜਾ ਦਿੱਤਾ ਜਾ ਸਕਦਾ। ਮਹਾਰਾਜ ਨੇ ਆਪ ਦੱਸਿਆ ਵੀ ਗੁਰੂ ਕੀ ਬਾਣੀ ਦਾ ਤੇ ਗੁਰੂ ਕੇ ਅੰਮ੍ਰਿਤ ਦਾ ਕੋਈ ਮੁੱਲ ਨਹੀਂ ਤਾਰ ਸਕਦਾ, ਭੇਟਾ ਹੈ। ਤੋ ਇਸ ਕਰਕੇ ਫਿਰ ਸਤਵੇਂ ਪਾਤਸ਼ਾਹ ਜੀ ਸੰਗਤ ਕੀਰਤਨ ਕਰਦੀ ਆਉਂਦੀ ਹੈ ਤੇ ਮਹਾਰਾਜ ਪਲੰਘੇ ਤੇ ਬਿਰਾਜੇ ਹੋਏ ਆ, ਕਾਹਲੀ ਨਾਲ ਉੱਠਦੇ ਆ ਤੇ ਗੋਡਾ ਵੱਜਦਾ ਹੈ, ਪਲੰਘੇ ਦੇ ਨਾਲ ਸੱਟ ਲੱਗਦੀ ਹੈ, ਸਿੱਖ ਆ ਕੇ ਲੱਤ ਘੁੱਟਣ ਲੱਗਦੇ ਆ। ਮਹਾਰਾਜ ਆਪ ਜੀ ਦੀ ਬਾਣੀ ਪਹਿਲੇ ਸਰੂਪ ਦੀ
ਉਚਾਰਨ ਕੀਤੀ ਹੋਈ ਅਸੀਂ ਕੀਰਤਨ ਕਰਦੇ ਆ ਰਹੇ ਸਾਹਿਬ ਜੀ ਕਾਲੀ ਨਾਲ ਕਿਉਂ ਉੱਠੇ? ਮਾਰੇ ਪਲੰਗੇ ਤੇ ਬਰਾਜੇ ਰਹਿੰਦੇ, ਆਪ ਜੀ ਦੇ ਲੱਤ ਤੇ ਸੱਟ ਲੱਗ ਗਈ ਹੈ। ਕਹਿਣ ਲੱਗੇ ਸੰਗਤ ਸ਼ਬਦ ਪੜ੍ਹਦੀ ਹੋਵੇ ਤੇ ਅਸੀਂ ਪਲੰਗੇ ਤੇ ਬੈਠੇ ਹੋਈਏ। ਨਹੀਂ, ਗੁਰਬਾਣੀ ਦਾ ਅਦਬ ਅਸੀਂ ਆਪ ਵੀ ਕਰਨਾ ਹੈ। ਤੇ ਗੁਰਸਿੱਖੋ ਜੇ ਅਸੀਂ ਗੁਰਬਾਣੀ ਦਾ ਅਦਬ ਕਰਾਂਗੇ ਤੇ ਤਾਂ ਹੀ ਗੁਰਸਿੱਖ ਸੰਗਤਾਂ ਕਰਨਗੀਆਂ ਨਾ ਗੁਰਬਾਣੀ ਦਾ। ਏਡਾ ਵੱਡਾ ਅਦਬ ਗੁਰੂ ਸਾਹਿਬਾਂ ਨੇ ਗੁਰਿਆਈ ਦੇ ਮਾਲਕ ਹੁੰਦਿਆਂ ਕੀਤਾ, ਤੇ ਸਾਨੂੰ ਵੀ ਸੰਗਤ ਜੀ ਗੁਰਬਾਣੀ ਦਾ ਵੱਧ ਤੋਂ ਵੱਧ ਅਦਬ ਕਰਨਾ ਚਾਹੀਦਾ ਹੈ। ਕਦੀ ਵੀ ਝੂਠੇ ਹੱਥ ਗੁਟਕੇ ਸਾਹਿਬ, ਪੋਥੀ ਸਾਹਿਬ ਨੂੰ ਨਹੀਂ ਲੱਗਣ ਦੇਣੇ ਚਾਹੀਦੇ, ਕਦੀ ਵੀ। ਉਹ ਹੱਥ ਵਿੱਚ ਗੁਟਕਾ ਸਾਹਿਬ ਹੋਵੇ ਤੇ ਜ਼ਮੀਨ ਤੇ ਹੱਥ ਨਹੀਂ ਉਹਨਾਂ ਚਿਰ ਲਾਉਣਾ ਚਾਹੀਦਾ। ਆ ਕਈ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਤੇ ਅਸੀਂ ਥੱਲੇ ਵੀ ਹੱਥ ਲਾਈ ਜਾਂਦੇ ਆ ਤੇ ਗੁਟਕੇ ਸਾਹਿਬ ਦੇ ਪਾਵਨ ਪਵਿੱਤਰ ਅੰਗਾਂ ਨੂੰ ਵੀ ਹੱਥ ਲਾਈ ਜਾਂਦੇ ਆ। ਇਹ ਅਦਬ ਨਹੀਂ ਰਹਿੰਦਾ ਹੈ ਫਿਰ ਗੁਰਬਾਣੀ ਦਾ। ਜਦੋਂ ਸੰਗਤਾਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਪਾਠ ਕਰਦੀਆਂ ਤੇ ਜਿੰਨਾ ਚਿਰ ਹੱਥ ਵਿੱਚ ਗੁਟਕਾ ਸਾਹਿਬ ਹੈ ਸਾਡਾ ਹੱਥ ਕਿਤੇ ਨਹੀਂ ਲੱਗਣਾ ਚਾਹੀਦਾ। ਫਿਰ ਜੇ ਲੱਗਣਾ ਚਾਹੀਦਾ ਤੇ ਗਲ ਵਿੱਚ ਹਜੂਰੀਆ ਚਾਹੀਦਾ ਹੈ। ਹਜੂਰੀਏ ਦੇ ਨਾਲ ਅਸੀਂ ਜ਼ਮੀਨ ਤੇ ਹੱਥ ਲਾ ਸਕਦੇ ਹਾਂ। ਸੰਗਤ ਦੇ ਚਰਨਾਂ ਦੀ ਧੂੜ ਸਾਨੂੰ ਮਿਲਣੀ ਚਾਹੀਦੀ ਹੈ, ਗੁਟਕੇ ਸਾਹਿਬ ਨੂੰ ਨਹੀਂ ਮਿਲਣੀ ਚਾਹੀਦੀ, ਪੋਥੀ ਸਾਹਿਬ ਨੂੰ ਨਹੀਂ ਮਿਲਣੀ ਚਾਹੀਦੀ। ਇਸ ਕਰਕੇ ਜਦੋਂ ਪੋਥੀ ਸਾਹਿਬ ਤੋਂ, ਗੁਟਕੇ ਸਾਹਿਬ ਤੋਂ ਪਾਠ ਕਰਨਾ ਹੈ, ਹੱਥ ਸੁੱਚੇ ਕਰਕੇ ਤੇ ਫਿਰ ਸੁੱਕੇ ਕਰਕੇ ਲਾਉਣੇ ਚਾਹੀਦੇ ਹਨ। ਪਹਿਲਾਂ ਜਲ ਵਰਤ ਕੇ, ਕਦੀ ਵੀ ਠੰਡੇ ਤੇਲ ਵਾਲੇ, ਘਿਓ ਵਾਲੇ ਹੱਥ ਨਹੀਂ ਲਾਉਣੇ ਚਾਹੀਦੇ ਪੋਥੀ ਸਾਹਿਬ ਨੂੰ, ਗੁਟਕੇ ਸਾਹਿਬ ਨੂੰ। ਪ੍ਰਸ਼ਾਦ ਛਕਿਆ, ਇਹ ਨਹੀਂ ਵੀ ਇਕੱਲਾ ਪਾਣੀ ਵਰਤਿਆ ਤੇ ਫਿਰ ਹੱਥ 'ਚ ਗੁਟਕਾ ਸਾਹਿਬ ਫੜ ਲਈਏ। ਜਿੰਨਾ ਚਿਰ ਸਾਬਣ ਨਾਲ ਧੋ ਨਹੀਂ ਲੈਂਦੇ, ਉਹ ਥੰਧਿਆਈ ਵਾਲੇ ਹੱਥ ਜਿਹੜੇ ਉਹ ਨਹੀਂ ਲਾਉਣੇ ਚਾਹੀਦੇ, ਚਿਪ ਚਿਪ ਕਰਦੇ। ਉਹ ਗੁਟਕਾ ਸਾਹਿਬ ਵੀ ਚਿਪ ਚਿਪ ਕਰਨ ਲੱਗ ਪੈਂਦਾ, ਥੰਧਿਆਈ ਵਾਲੇ ਹੱਥ ਲਾਇਆ। ਝੂਠੇ ਹੁੰਦੇ ਹਨ ਹੱਥ ਉਦੋਂ ਫਿਰ ਸਾਡੇ। ਹੱਥ ਸੁੱਚੇ ਕਰਕੇ ਤੇ ਫਿਰ ਗਿੱਲੇ ਵੀ ਨਹੀਂ ਲਾਉਣੇ ਚਾਹੀਦੇ। ਗਿੱਲਾ ਕਿਉਂਕਿ ਕਾਗਜ਼ ਹੈ, ਕਾਗਜ਼ ਨੂੰ ਗਿੱਲੇ ਹੱਥ ਲਾਵਾਂਗੇ, ਕਾਗਜ਼ ਕਾਲਾ ਹੋ ਜਾਂਦਾ ਹੈ, ਕਾਗਜ਼ ਗਲ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਇਸ ਕਰਕੇ ਹੱਥ ਹਜੂਰੀਆ ਤਾਈਓ ਗਲ ਵਿੱਚ ਚਾਹੀਦਾ। ਕਈ ਵਾਰੀ ਐਸਾ ਹੁੰਦਾ ਹੈ ਹੱਥ ਵਿੱਚ ਗੁਟਕਾ ਸਾਹਿਬ, ਆਪਾਂ ਨੱਕ ਨੂੰ ਵੀ ਹੱਥ ਲਾ ਲੈਂਦੇ, ਅੱਖਾਂ ਨੂੰ ਵੀ ਲਾ ਲੈਂਦੇ, ਕੰਨ ਵਿੱਚ ਵੀ ਉਂਗਲਾਂ ਪਾ ਲੈਂਦੇ, ਪਰ ਜਿੰਨਾ ਚਿਰ ਹੱਥ ਦੇ ਵਿੱਚ ਗੁਟਕਾ ਸਾਹਿਬ ਹੈ ਉਹਨਾਂ ਚਿਰ ਸਾਡਾ ਜਿਹੜਾ ਹੱਥ ਹੈ ਉਹ ਕਿਤੇ ਨਹੀਂ ਸਰੀਰ ਦੇ ਅੰਗ ਤੇ ਜਾਣਾ ਚਾਹੀਦਾ। ਨਾ ਅੱਖਾਂ ਦੇ ਵਿੱਚ, ਨਾ ਨੱਕ ਨੂੰ, ਨਾ ਕੰਨ ਵਿੱਚ ਖੁਰਕਣਾ ਚਾਹੀਦਾ, ਨਾ ਪੈਰਾਂ ਨੂੰ, ਨਾ ਹੋਰ ਸੱਜੇ ਖੱਬੇ, ਨਾ ਜ਼ਮੀਨ ਤੇ ਹੱਥ ਲਾਉਣਾ ਚਾਹੀਦਾ। ਤੇ ਜੇ ਕਿਸੇ ਪਾਸੇ ਕੋਈ ਖੁਰਕ ਹੁੰਦੀ ਹੈ, ਕੋਈ ਖਾਰਸ ਹੁੰਦੀ ਹੈ, ਲਾਉਣਾ ਇਹ ਹੱਥ, ਤੇ ਫਿਰ ਹਜੂਰੀਆ ਚਾਹੀਦਾ ਗਲ ਦੇ ਵਿੱਚ। ਹਜੂਰੀਏ ਦੇ ਨਾਲ ਹੀ ਆਪਾਂ ਨੱਕ ਦੇ ਉੱਤੇ ਹੱਥ ਲਾ ਸਕਦੇ ਹਾਂ, ਅੱਖਾਂ ਦੇ ਉੱਤੇ ਲਾ ਸਕਦੇ ਹਾਂ, ਕੰਨ ਤੇ ਲਾ ਸਕਦੇ ਹਾਂ, ਜਾਂ ਕਿਤੇ ਹੋਰ ਵੀ ਸਰੀਰ ਦੇ ਅੰਗ ਤੇ ਹਜੂਰੀਏ ਦੇ ਨਾਲ ਲਾ ਸਕਦੇ, ਪਰਨੇ ਨਾਲ ਲਾ ਸਕਦੇ। ਇਸ ਕਰਕੇ ਇਹ ਆਮ ਕਰਕੇ ਵੇਖਣ ਵਿੱਚ ਆਉਂਦਾ ਹੈ ਵੀ ਹੱਥ ਵਿੱਚ ਗੁਟਕਾ ਸਾਹਿਬ ਤੇ ਥੱਲੇ ਜ਼ਮੀਨ ਦੇ ਉੱਤੇ ਹੱਥ ਰੱਖ, ਬਹਿਣ ਲੱਗਿਆ ਥੱਲੇ ਆਸਰਾ ਲੈ ਕੇ ਹੱਥ ਰੱਖ ਕੇ ਨਾ ਥੱਲੇ ਜ਼ਮੀਨ ਤੇ ਫਿਰ ਬੈਠਾ ਜਾਂਦਾ। ਤੇ ਜਦੋਂ ਥੱਲੇ ਹੱਥ ਲਾਇਆ ਤੇ ਥੱਲੇ ਤੇ ਸਾਧ ਸੰਗਤ ਜੀ ਸਾਡੇ ਪੈਰ ਲੱਗਦੇ ਰਹਿੰਦੇ, ਤੇ ਥੱਲੇ ਜਦੋਂ ਅਸੀਂ ਹੱਥ ਲਾ ਕੇ ਬਹਿੰਦੇ ਆ ਤੇ ਉਹੀ ਹੱਥ ਫਿਰ ਗੁਟਕੇ ਸਾਹਿਬ ਨੂੰ ਲਾਉਣੇ ਆ। ਤੇ ਗੁਟਕੇ ਸਾਹਿਬ ਦੀ ਕਿੱਡੀ ਨਰਾਦਰੀ ਹੈ, ਕਿੱਡੀ ਬੇਅਦਬੀ ਹੈ। ਹੁਣ ਜੇ ਲਿਖ ਕੇ ਵੀ ਲਾਵਾਂਗੇ, ਭੋਰੇ ਸਾਹਿਬ ਵਿੱਚ ਵੀ ਲਿਖ ਕੇ ਲਾਵਾਂਗੇ, ਇੱਧਰ ਵੀ ਲਿਖ ਕੇ ਲਾਵਾਂਗੇ, ਇਹ ਇਸ ਤਰੀਕੇ ਦੇ ਨਾਲ ਨਹੀਂ। ਹਜੂਰੀਆ ਗਲ ਵਿੱਚ ਹੋਣਾ ਬੜਾ ਜ਼ਰੂਰੀ ਹੈ ਜਦੋਂ ਆਪਾਂ ਗੁਟਕੇ ਸਾਹਿਬ ਤੋਂ ਪਾਠ ਕਰਨਾ। ਤੇ ਜੇ ਨਹੀਂ ਹੈ ਤੇ ਫਿਰ ਘੱਟੋ ਘੱਟ ਇੰਨਾ ਕੁ ਸੰਕੋਚ ਰੱਖਣਾ ਚਾਹੀਦਾ ਹੈ ਵੀ ਸਾਡਾ ਹੱਥ ਨਾ ਤੇ ਥੱਲੇ ਜ਼ਮੀਨ ਤੇ ਲੱਗੇ ਤੇ ਨਾ ਕਿਤੇ ਨੱਕ ਨੂੰ, ਕੰਨਾਂ ਨੂੰ, ਅੱਖ ਨੂੰ, ਮੂੰਹ ਵਿੱਚ ਉਂਗਲੀ ਨਾ ਪਵੇ। ਸੱਜੇ ਆ ਕਈ ਤੇ ਇਸ ਤਰ੍ਹਾਂ ਦਾ ਸੁਭਾਅ ਪਿਆ ਹੈ, ਗੁਟਕਾ ਸਾਹਿਬ ਤੋਂ ਪਾਠ ਕਰਕੇ ਫਿਰ ਗੁਟਕੇ ਸਾਹਿਬ ਨੂੰ ਚੁੰਮ ਕੇ ਹੀ ਰੱਖ ਦਿੰਦੇ ਹਨ। ਇਸ ਤਰ੍ਹਾਂ ਦਾ ਵੀ ਕਈ ਵੇਖਣ ਵਿੱਚ ਆਏ ਹਨ। ਉਹ ਇਹ ਪਤਾ ਨਹੀਂ ਕਿੱਥੋਂ ਰਿਵਾਜ ਚੱਲਿਆ ਹੈ। ਪਹਿਲੋਂ ਪਾਠ ਕਰਕੇ ਫਿਰ ਗੁਟਕੇ ਸਾਹਿਬ ਨੂੰ ਇਸ ਤਰ੍ਹਾਂ ਉਹ ਮੂੰਹ ਦੇ ਨਾਲ ਲਾ ਕੇ ਤੇ ਫਿਰ ਰੱਖਣਾ, ਇਸ ਤਰ੍ਹਾਂ ਵੀ ਵੇਖਣ ਵਿੱਚ ਆਇਆ। ਤੇ ਇਹ ਹੋਰ ਤਰ੍ਹਾਂ ਦਾ ਇਹ ਰੀਤੀ ਰਿਵਾਜ ਪਤਾ ਨਹੀਂ ਕਿੱਥੋਂ, ਇਹ ਖਿਆਲ ਤੇ ਸ਼ਾਇਦ ਇਸ ਤਰ੍ਹਾਂ ਹੋਵੇਗਾ ਵੀ ਮੈਂ ਬੜਾ ਪ੍ਰੇਮ ਕਰਦਾ ਹੈ, ਪਰ ਇਹ ਨਰਾਦਰ ਹੈ ਸਾਧ ਸੰਗਤ ਜੀ। ਸਾਡੇ ਮੂੰਹ ਦੀ ਥੁੱਕ ਲੱਗਦੀ ਹੈ ਫਿਰ ਗੁਟਕੇ ਸਾਹਿਬ ਨੂੰ, ਜਿਹੜੇ ਗੁਟਕੇ ਸਾਹਿਬ ਨੂੰ ਇਸ ਤਰ੍ਹਾਂ ਕਰਕੇ ਰੱਖਦੇ ਆ। ਔਰ ਇਹ ਵੇਖਣ ਵਿੱਚ ਆਇਆ ਹੈ ਇਸ ਤਰ੍ਹਾਂ ਹੁੰਦਾ, ਇਹ ਨਰਾਦਰੀ ਹੈ ਸਾਧ ਸੰਗਤ ਜੀ। ਇਸ ਕਰਕੇ ਇਹ ਸਾਰੇ ਨਿਯਮ ਜਿਹੜੇ ਹਨ ਇਹ ਧਿਆਨ ਵਿੱਚ ਰੱਖਣੇ ਚਾਹੀਦੇ ਆ। ਗੁਟਕੇ ਸਾਹਿਬ ਦਾ, ਪੋਥੀ ਸਾਹਿਬ ਦਾ ਸਤਿਕਾਰ ਕਰਦੇ
ਘਰ ਵਿੱਚ ਵੀ ਜਦੋਂ ਗੁਟਕਾ ਸਾਹਿਬ ਰੱਖਣਾ ਹੈ ਤੇ ਸਰਾਣੇ ਵਾਲੇ ਪਾਸੇ ਉੱਚੇ ਥਾਂ ਤੇ ਰੱਖਣਾ ਚਾਹੀਦਾ। ਜੇ ਇਹ ਵੱਖਰਾ ਕਮਰਾ ਹੈ ਫਿਰ ਤਾਂ ਬਹੁਤ ਵਧੀਆ ਗੱਲ ਹੈ, ਤੇ ਜੇ ਉਸੇ ਕਮਰੇ 'ਚ ਜਿਹਦੇ 'ਚ ਅਸੀਂ ਪੈਂਦੇ ਹਾਂ ਸੌਂਦੇ ਹਾਂ, ਜਿੱਧਰ ਨੂੰ ਸਾਡੇ ਪੈਰ ਹੁੰਦੇ ਉਧਰਲੇ ਪਾਸੇ ਪੋਥੀ ਸਾਹਿਬ ਗੁਟਕਾ ਸਾਹਿਬ ਨਹੀਂ ਹੋਣਾ ਚਾਹੀਦਾ। ਜਿੱਧਰਲੇ ਪਾਸੇ ਸਾਡਾ ਸਿਰ ਹੁੰਦਾ ਹੈ ਉਧਰਲੇ ਪਾਸੇ ਉੱਚੇ ਥਾਂ ਤੇ ਪੋਥੀ ਸਾਹਿਬ ਗੁਟਕਾ ਸਾਹਿਬ ਹੋਣਾ ਚਾਹੀਦਾ। ਤੋ ਮਹਾਰਾਜ ਸਾਹਿਬ ਜੀ ਨੇ ਏਡਾ ਵੱਡਾ ਅਦਬ ਕਰਕੇ ਸਾਨੂੰ ਇਹ ਸਿੱਖਿਆ ਦਿੱਤੀ, ਤੇ ਨਾਲੇ ਸੰਥਿਆ ਕਰਨ ਦੀ ਵੀ ਮਹਾਰਾਜ ਨੇ ਆਗਿਆ ਕੀਤੀ। ਕਲਗੀਧਰ ਪਾਤਸ਼ਾਹ ਨੇ ਤੋ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਵਿੱਚ ਇਹ ਕਿਰਪਾ ਕੀਤੀ ਸੀ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਸਭ ਤੇ ਉੱਚਾ ਜਾ ਕਾ ਨਾਉ, ਸਾਰਿਆਂ ਤੋਂ ਉੱਚਾ ਭਾਈ ਜਿਸ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ। ਸਦਾ ਸਦਾ ਤਾਕੇ ਗੁਣ ਗਾਓ, ਸਦਾ ਸਦਾ ਵਾਸਤੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਗਾਓ। ਜਿਵੇਂ ਪ੍ਰਭੂ ਜੀ ਨੇ ਆਪਣੇ ਨਾਮ ਨੂੰ ਉੱਚਾ ਰੱਖਿਆ ਹੈ, ਗੁਰੂ ਸਾਹਿਬ ਜੀ ਨੇ ਵੀ ਆਪਣੇ ਨਾਲੋਂ ਨਾਮ ਦੀ ਮਹਿਮਾ ਉੱਚੀ ਰੱਖੀ ਹੈ, ਆਪਣੇ ਨਾਲੋਂ ਗੁਰਬਾਣੀ ਦਾ ਅਦਬ ਵੱਡਾ ਤੇ ਜ਼ਿਆਦਾ ਕਰਵਾਇਆ ਹੈ। ਆਖਿਆ ਸਾਡੇ ਨਾਲੋਂ ਵੀ ਉੱਚੀ ਹੈ ਗੁਰਬਾਣੀ। ਤੇ ਇੱਥੋਂ ਤੇ ਕਹਿ ਦਿੱਤਾ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਾਰੇ। ਵਾਹੋ ਆਹੋ ਬਾਣੀ ਨਿਰੰਕਾਰ ਹੈ, ਇਸ ਜੇ ਵੱਡੇ ਅਵਰ ਨਾ ਕੋਏ, ਵਾਹੋ ਆਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਜਿੰਨੇ ਸੰਸਾਰ ਦੇ ਵਿੱਚ ਸਾਧਨ ਹਨ, ਵੱਖ-ਵੱਖ ਮੰਤਰ ਹਨ, ਵੱਖ-ਵੱਖ ਤਰ੍ਹਾਂ ਦੇ ਸਾਧਨ ਹਨ, ਉਹਨਾਂ ਸਾਰਿਆਂ ਸਾਧਨਾਂ ਨਾਲੋਂ ਸਭ ਤੋਂ ਉੱਚਾ ਜਾ ਕਾ ਨਾਮ, ਸਾਰਿਆਂ ਸਾਧਨਾਂ ਨਾਲੋਂ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਉੱਚਾ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਪਨ ਮੱਧੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨਾਮ ਦੇ ਤੁਲ ਬਰਾਬਰ ਨਹੀਂ ਪਹੁੰਚ ਸਕਦੇ ਸਾਰੇ ਸਾਧਨ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਸਾਰਿਆਂ ਸਾਧਨਾਂ ਨਾਲੋਂ ਉੱਚਾ ਜਿਸ ਪਰਮੇਸ਼ਰ ਦਾ ਨਾਮ ਹੈ, ਸਦਾ ਸਦਾ ਵਾਸਤੇ ਉਸ ਦੇ ਗੁਣਾਂ ਨੂੰ ਗਾਉਣਾ ਕਰੋ ਭਾਈ। ਇਸ ਸਿਮਰਤ ਸਗਲਾ ਦੁਖ ਜਾਏ, ਇਸ ਪ੍ਰਭੂ ਜੀ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਿਵਰਤ ਹੋ ਜਾਂਦਾ ਹੈ, ਜੰਮਣ ਮਰਨ ਦਾ ਚਲੇ ਜਾਂਦਾ ਹੈ। ਸਰਬ ਸੁਖ ਵਸਹਿ ਮਨ ਆਏ, ਸਾਰੇ ਹੀ ਸੁਖ ਮਨ ਵਿੱਚ ਆ ਕੇ ਵਸ ਜਾਂਦੇ ਹਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖੀ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਲੋਕ ਪਰਲੋਕ ਦੇ ਸੁਖ ਮਿਲ ਜਾਂਦੇ ਹਨ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਸਿਮਰ ਮਨਾ ਤੂੰ ਸਾਚਾ ਸੋਏ, ਏ ਮੇਰੇ ਮਨਾ ਤੂੰ ਸਿਮਰਨਾ ਕਰ, ਜੋ ਸੱਚਾ ਪਰਮੇਸ਼ਰ ਹੈ ਸੋਏ ਸੋਭਾ ਵਾਲਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਸ ਦਾ ਸਿਮਰਨ ਕਰ। ਹਲਤ ਪਲਤ ਤੁਮਰੀ ਗਤ ਹੋਏ, ਲੋਕ ਤੇ ਪਰਲੋਕ ਵਿੱਚ ਤੇਰੀ ਉੱਚੀ ਅਵਸਥਾ ਹੋ ਜਾਵੇਗੀ, ਤੇਰੀ ਕਲਿਆਣ ਹੋ ਜਾਵੇਗੀ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪੁਰਖ ਨਿਰੰਜਨ ਸਿਰਜਣਹਾਰ, ਪਰਮੇਸ਼ਰ ਪੁਰਖ ਸਰਬ ਵਿਆਪਕ, ਪੁਰੀ ਪੁਰੀ ਬਸਤਾ ਸਾਹ ਪੁਰਖਾ, ਨਿਰੰਜਨ ਨਿਰਅੰਜਨ, ਮਾਇਆ ਮੈਲ ਤੋਂ ਰਹਿਤ, ਸੁਧ ਸਰੂਪ ਹੈ, ਤੇ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਜੀਵ ਜੰਤ ਦੇਵੈ ਆਹਾਰ, ਛੋਟੇ ਤੇ ਵੱਡੇ ਜੀਵਾਂ ਜੰਤੂਆਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਦਾਤਾ ਹੈ, ਆਹਾਰ ਦੇਣ ਵਾਲਾ ਹੈ, ਸਾਰਿਆਂ ਨੂੰ ਭੋਜਨ ਦੇਣ ਵਾਲਾ ਹੈ, ਹਰ ਇੱਕ ਦੀ ਪ੍ਰਤਿਪਾਲਨਾ ਕਰਦਾ ਹੈ। ਦੀਨਨ ਕੀ ਪ੍ਰਤਿਪਾਲ ਕਰੈ ਨਿਤ, ਸੰਤਿਓ ਵਾਰ ਗਨੀਮਨ ਗਾਰੈ, ਪਸ਼ੂ ਪਸ਼ੂ ਨਗ ਨਾਗ ਨਰਾਧਿਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। ਉਕਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਤ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਸਭ ਜੀਵਾਂ ਨੂੰ ਉਹ ਆਹਾਰ ਰੋਜੀ ਰੋਟੀ ਦੇਣ ਵਾਲਾ ਹੈ। ਕੋਟ ਖਤੇ ਖਿਨ ਬਖਸ਼ਣਹਾਰ, ਕਰੋੜਾਂ ਗਲਤੀਆਂ ਇੱਕ ਖਿਨ ਵਿੱਚ ਬਖਸ਼ਣਹਾਰ ਹੈ। ਕਰੋੜਾਂ ਗਲਤੀਆਂ ਕਰੋੜਾਂ ਗੁਨਾਹ ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਂਦਾ ਹੈ,
ਉਹ ਪਾਪੀਆਂ ਨੂੰ ਬਖਸ਼ ਕੇ ਪਾਵਨ ਕਰ ਦਿੰਦਾ ਹੈ। ਭਗਤ ਭਾਏ ਸਦਾ ਨਿਸਤਾਰ। ਜਿਹੜੇ ਭਾਈ ਪ੍ਰੇਮ ਦੇ ਨਾਲ ਉਸ ਦੀ ਭਗਤੀ ਕਰਦੇ ਉਹਨਾਂ ਨੂੰ ਸਦਾ ਹੀ ਸੰਸਾਰ ਪ੍ਰਪੰਚ ਤੋਂ ਤਾਰ ਦਿੰਦਾ ਹੈ। ਸਾਚਾ ਧਨ ਸਾਚੀ ਵਡਿਆਈ। ਇਹ ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਨ ਸੱਚਾ ਹੈ ਤੇ ਨਾਮ ਧਨ ਜਿਨ੍ਹਾਂ ਦੇ ਪਾਸ ਹੈ ਉਹਨਾਂ ਨੂੰ ਸੱਚੀ ਵਡਿਆਈ ਮਿਲਦੀ ਹੈ। ਗੁਰ ਪੂਰੇ ਤੇ ਨਿਹਚਲ ਮਤ ਪਾਈ। ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਪੂਰੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਪੈ ਕੇ ਇਹ ਨਿਹਚਲ ਅਚਲ ਜਿਹੜੀ ਮਤ ਹੈ ਇਹ ਪ੍ਰਾਪਤ ਹੁੰਦੀ ਹੈ। ਕਰ ਕਿਰਪਾ ਜਿਸ ਰਾਖਣ ਹਾਰ। ਜਿਸ ਉੱਤੇ ਰਾਖਣ ਹਾਰਾ, ਜਿਸ ਉੱਤੇ ਉਹ ਵਾਹਿਗੁਰੂ ਜੀ ਕਿਰਪਾ ਕਰਦੇ ਆ ਤੇ ਉਹ ਰਾਖਣ ਹਾਰਾ ਪਰਮੇਸ਼ਰ ਜਿਨ੍ਹਾਂ ਦੀ ਰੱਖਿਆ ਕਰਦੇ ਹਨ ਕਿਰਪਾ ਕਰਕੇ। ਸਾਕਾ ਸਗਲ ਮਿਟੈ ਅੰਧਿਆਰਾ। ਉਹਨਾਂ ਦਾ ਫਿਰ ਸਾਰਾ ਹੀ ਅਗਿਆਨਤਾ ਦਾ ਅੰਧਿਆਰਾ ਹਨੇਰਾ ਜਿਹੜਾ ਹੈ ਉਹ ਮਿਟ ਜਾਂਦਾ ਹੈ। ਪਾਰ ਬ੍ਰਹਮ ਸਿਉ ਲਾਗੂ ਧਿਆਨ। ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਫਿਰ ਉਹਨਾਂ ਗੁਰਮੁਖਾਂ ਦਾ ਧਿਆਨ ਜੁੜ ਜਾਂਦਾ ਹੈ। ਪੂਰਨ ਪੂਰ ਰਹਿਓ ਨਿਰਵਾਣ। ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਨਜ਼ਰੀ ਆਉਂਦਾ ਹੈ ਕਿ ਸਾਰੇ ਪਾਸਿਓਂ ਵਾਹਿਗੁਰੂ ਪਰਮੇਸ਼ਰ ਨਿਰਵਾਣ ਬੰਧਨਾਂ ਤੋਂ ਰਹਿਤ ਪਰਿਪੂਰਨ ਹੋ ਰਿਹਾ ਹੈ। ਪੂਰਨ ਪੂਰ ਸਾਰੇ ਪਾਸਿਓਂ ਵਿਆਪਕ ਹੋ ਰਿਹਾ ਹੈ, ਜੋ ਪੂਰਨ ਹੈ, ਮੁਕੰਮਲ ਹੈ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਐਸਾ ਪਰਮੇਸ਼ਰ ਜੋ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਬ੍ਰਹਮ ਭਉ ਮੇਟ ਮਿਲੇ ਗੋਪਾਲ। ਫਿਰ ਉਹਨਾਂ ਗੁਰਮੁਖਾਂ ਦਾ ਭਰਮ ਵੀ ਮਿਟ ਜਾਂਦਾ ਹੈ ਤੇ ਡਰ ਵੀ ਮਿਟ ਜਾਂਦਾ ਹੈ। ਉਹ ਆਪਣੇ ਭਰਮ ਨੂੰ, ਭ੍ਰਾਂਤੀ ਨੂੰ, ਭਟਕਣਾ ਨੂੰ, ਡਰ ਨੂੰ ਮੇਟ ਕੇ ਗੋਪਾਲ ਪ੍ਰਿਥਵੀ ਦੇ ਪਾਲਣਹਾਰ ਪਰਮੇਸ਼ਰ ਨਾਲ ਅਭੇਦ ਹੋ ਜਾਂਦੇ, ਮਿਲ ਜਾਂਦੇ ਹਨ। ਨਾਨਕ ਕੋ ਗੁਰ ਭਈ ਦਇਆਲ। ਮਹਾਰਾਜ ਕਹਿੰਦੇ ਸਾਡੇ ਉੱਤੇ ਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਇਆਲ, ਦਇਆ ਦੇ ਘਰ ਸਤਿਗੁਰੂ ਜੀ ਦਿਆਲੂ ਹੋਏ। ਇਸ ਕਰਕੇ ਸਾਡੀ ਉਸ ਪ੍ਰਭੂ ਦੇ ਨਾਲ ਇਹ ਅਭੇਦਤਾ ਹੋਈ ਹੈ। ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਦਿਆਲੂ ਹੋਏ ਹਨ, ਗੁਰੂ ਸਾਹਿਬ ਜੀ ਨੇ ਦਇਆ ਕੀਤੀ ਹੈ, ਮਿਹਰ ਕੀਤੀ ਹੈ, ਉਹਨਾਂ ਦੀ ਭਟਕਣਾ ਮਿਟ ਗਈ, ਉਹਨਾਂ ਦਾ ਡਰ ਦੂਰ ਹੋ ਗਿਆ, ਉਹਨਾਂ ਦਾ ਭਰਮ ਭੁਲੇਖਾ ਦੂਰ ਹੋ ਗਿਆ। ਉਹ ਪ੍ਰਿਥਵੀ ਪਰਮੇਸ਼ਰ ਦੇ ਪਾਲਣਹਾਰ, ਜੋ ਪ੍ਰਿਥਵੀ ਦਾ ਪਾਲਣਹਾਰ ਹੈ ਗੋਪਾਲ, ਉਸ ਦੇ ਨਾਲ ਭਾਈ ਮਿਲ ਗਏ ਹਨ ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੋਈ। ਕਿਵੇਂ ਮਿਲ ਗਏ? ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਇੱਕ ਮਿਕ ਹੋ ਜਾਂਦਾ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਬ੍ਰਹਮ ਭਉ ਮੇਟ ਮਿਲੇ ਗੋਪਾਲ, ਨਾਨਕ ਕਉ ਗੁਰ ਭਈ ਦਇਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ